ਸੁਨੋ ਬੇਨੰਤੀਆ ਸੁਆਮੀ ਮੇਰੇ ਰਾਮ। ਕੋਟ ਅਪਰਾਧ ਭਰੇ ਭੀ ਤੇਰੇ ਚੇਰੇ ਰਾਮ। कोट अपराध हमारे खंड हो, अनक विधि समझाओ। हमें अज्ञान अल्प मत थोरी, तुम आपन बिरद रखाव। भगत वशल सुनहो तुम निराश हृदय, पतत पावन सुन आशा और धार हूँ। अंतरजामी सुन कंपत हो अंतर्गत, दीन को दयाल सुन भय परम टार हूँ। जलधर संगम के अफल सिंबल द्रम, चंदन सुगंध संबंध मैलगार हूँ। अपनी करनी कर नरक हूँ न पाऊँ ठौर, तुमरो बिरद कर आसरो संभार हूँ। अपनी करनी कर नरक हूँ न पामो ठौर, तुमरो बिरद कर आसरो संभार हूँ। सन्मान सत्कार योग गुरु सवारी गुरु प्यारी गुरु का रूप स्वरूप खालसा साध संगत जी, वडभागी हो, साहिब नसीब हो, उत्तम कर्मा वाले हो, जो बड़े प्यार सत्कार सहित नितनेम अनुसार जहाँ गुरु पातशाह जी दे बख्शिशां भरे अस्थान दे विशेष रूप विच दर्शन दीदार करने वास्ते पहुँचे हो। नाल देशां विदेशां विच इंटरनेट टेलीविज़न के माध्यम राहीं शब्द नाल सुरत जोड़ के गुरु दे शब्द का अमृत वेले तो रस मान रहे हो। जिंदगी दियां दोबारा हाथ ना आउण वालियां ये घड़ियां जिन्हां गुरु की याद विच गुरु के शब्द नाल जुड़ के गुजारियां, यही समा मनुखी जिंदगी का लेखे विच है। बाकी होर कम्मां नूं ते साहिब कहंदे ने अवर काज तेरे किते ना काम, मिल साध संगत भज केवल नाम। लड़ीवार चल रहे सतगुरु पातशाह महाराज जी के पवित्र बचनों के अमृत प्रवाह चों अज का पावन पवित्र शब्द सन्मान सत्कारयोग भाई साहब भाई सविंदर सिंह जी इस पावन स्थान के सत्कारयोग ग्रंथी साहिब जी तिन्हां पासों सुंदर लहजे विच और बड़ी ही सुरीली मिठी आवाज़ विच सरवण कीता है। पवित्र शब्द की विचार आरंभ तो पहला आप संगत की असीस लोचदा हाँ। सारे माई भाई कृपा करो आप रल मिल के गुरु की बातां कर सुन सकीए। आसीस बख्शो गुरु फतेह परवानों जी। वाहिगुरु जी का खालसा वाहिगुरु जी की फतेह।
ਗੌੜੀ ਰਾਗ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਮੁਖਾਰ ਬਿੰਦ ਤੋਂ ਇਹ ਜੋ ਰੱਬੀ ਇਲਹਾਮ ਸਾਹਿਬ ਜੀ ਨੂੰ ਨਾਜ਼ਲ ਹੋਇਆ, ਜਿਹਨੂੰ ਧੁਰ ਕੀ ਬਾਣੀ, ਜਿਹਨੂੰ ਖਸਮ ਕੀ ਬਾਣੀ ਕਿਹਾ, ਔਰ ਇਹ ਕੇਵਲ ਸਿੱਖ ਵਾਸਤੇ ਨਹੀਂ ਹੈ, ਇਹ ਹਰ ਇੱਕ ਮਨੁੱਖ ਵਾਸਤੇ ਹੈ। ਇੰਨਾ ਵਿਸ਼ਾਲ ਹਿਰਦਾ ਮੇਰੇ ਸਾਹਿਬ ਦਾ, ਤੇ ਕੋਈ ਸੀਮਾ ਰੱਖੀ ਨਹੀਂ, ਕੋਈ ਹੱਦ ਰੱਖੀ ਨਹੀਂ। ਤੇ ਬਚਨ ਕਿਹਾ, ਜੇ ਕੋ ਖਾਵੇ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੂ। ਜਿਹੜਾ ਮਰਜੀ, ਜਿਹੜਾ ਵੀ ਖਾਏ ਉਹਨੂੰ ਪਚਾ ਲੈ, ਹਜ਼ਮ ਕਰ ਲੈ। ਉਹਦੇ ਤੱਤ, ਉਹਦੇ ਗੁਣ ਜਿਹਦੇ ਅੰਦਰ ਆ ਜਾਣ, ਮਰ ਕਹਿੰਦੇ ਲਾਜ਼ਮੀ ਉਹਦਾ ਉਧਾਰ ਹੋਏਗਾ, ਉਹ ਕੋਈ ਵੀ ਹੋਵੇ। ਪਵਿੱਤਰ ਬਚਨ ਸਤਿਗੁਰੂ ਜੀ ਦੀ ਪਾਵਨ ਬਾਣੀ ਸਾਡੇ ਵਾਸਤੇ ਸੀਸੇ ਦੇ ਸਮਾਨ ਹੈ। ਕਈ ਵਾਰੀ ਜਦ ਜ਼ਿੰਦਗੀ 'ਚ ਜ਼ਿਆਦਾਤਰ ਆਪਣੇ ਆਪ ਨੂੰ ਲੈ ਕੇ ਆਪਾਂ ਭੁਲੇਖੇ ਵਿੱਚ ਜੀਨੇ ਆ, ਦੂਸਰੇ ਦੇ ਪ੍ਰਤੀ ਸਾਨੂੰ ਕੋਈ ਭੁਲੇਖਾ ਨਹੀਂ ਹੁੰਦਾ, ਆਪਣੇ ਬਾਰੇ ਬਹੁਤ ਭੁਲੇਖਾ ਹੁੰਦਾ ਹੈ, ਜਦੋਂ ਕਿ ਉਲਟ ਹੋਣਾ ਚਾਹੀਦਾ ਹੈ। ਦੂਸਰੇ ਬਾਰੇ ਮੈਂ ਇੰਨਾ ਕੀ ਜਾਣ ਸਕਦਾ ਹੈ, ਜਿਹਨੂੰ ਮੈਂ ਕਦੀ ਕਦਾਰ ਵੇਖਦਾ, ਕਦੀ ਕਦਾਰ ਮਿਲਦਾ, ਜਿਹਦੇ ਬਾਰੇ ਕਦੀ ਕਦਾਰ ਕੋਈ ਗੱਲ ਸੁਣਦਾ, ਉਹਦੇ ਬਾਰੇ ਮੈਂ ਇੰਨਾ ਨਹੀਂ ਜਾਣਦਾ, ਔਰ ਉਹਦੇ ਬਾਰੇ ਇੰਨਾ ਜਾਣਨਾ ਵੀ ਜ਼ਰੂਰੀ ਨਹੀਂ ਜਿੰਨਾ ਮੈਨੂੰ ਮੇਰੇ ਆਪਣੇ ਬਾਰੇ ਜਾਣਨਾ ਜ਼ਰੂਰੀ ਹੈ। ਇਹ ਚਾਹੀਦਾ ਹੈ ਕਿ ਮੈਨੂੰ ਮੇਰੇ ਆਪਣੇ ਬਾਰੇ ਪੂਰੀ ਜਾਣਕਾਰੀ ਹੋਵੇ, ਤੇ ਦੂਸਰੇ ਬਾਰੇ ਭੁਲੇਖਾ ਵੀ ਹੋਵੇ ਤੇ ਠੀਕ ਹੈ। ਕਿਉਂਕਿ ਦੂਸਰੇ ਬਾਰੇ, ਦੂਸਰੇ ਦੀ ਜਾਣਕਾਰੀ ਜਾਂ ਦੂਸਰੇ ਦੇ ਪ੍ਰਤੀ ਭੁਲੇਖਾ ਮੇਰੀ ਜ਼ਿੰਦਗੀ ਨੂੰ ਕੁਝ ਸਵਾਰ ਕੇ ਦੇਣ ਵਾਲਾ ਨਹੀਂ, ਮੇਰੇ ਜੀਵਨ ਦੇ ਸੌਰਦਾ ਹੈ। ਮੇਰੇ ਆਪਣੇ ਕਰਕੇ ਕਲਾਸ 'ਚ ਬੱਚਾ ਪੜ੍ਹਦਾ, ਉਹ ਦੂਜੇ ਦੀਆਂ ਹੀ ਕਾਪੀਆਂ ਵੇਖੀ ਜਾਂਦਾ ਹੈ, ਉਹ ਦੂਜੇ ਦਾ ਰਿਜ਼ਲਟ ਵੇਖ ਵੇਖ ਕੇ ਖੁਸ਼ ਹੋ ਜਾਂਦਾ, ਕਿ ਇਹਨੂੰ ਪਾਸ ਹੋਇਆ ਵੇਖ ਕੇ ਖੁਸ਼ ਹੋਇਆ, ਕਿ ਇਹਨੂੰ ਫੇਲ ਹੋਇਆ ਵੇਖ ਕੇ ਖੁਸ਼ ਹੋਇਆ। ਗੱਲ ਤਾਂ ਇਹ ਹੈ ਵੀ ਉਹਦਾ ਕਿਸੇ ਦੇ ਪਾਸ ਹੋਣ ਨਾਲ, ਕਿਸੇ ਦੇ ਫੇਲ ਹੋਣ ਨਾਲ ਉਹਨੂੰ ਤਾਂ ਕੁਝ ਨਹੀਂ ਨਾ ਮਿਲਿਆ। ਉਹਨੂੰ ਤਾਂ ਆਪਣੇ ਨਾਲ ਮਤਲਬ ਹੈ ਨਾ ਵੀ ਉਹਦਾ ਆਪਣਾ ਰਿਜ਼ਲਟ ਕੀ ਆਉਂਦਾ, ਉਹਦੀ ਆਪਣੀ ਕਿਤਾਬ ਕੀ ਆਉਂਦੀ ਹੈ। ਗੁਰਮਤਿ ਸਿਧਾਂਤ ਦਾ ਅਹਿਮ ਗੁਣ ਹੈ ਆਪਣੇ ਆਪ ਨੂੰ ਵੇਖਣਾ, ਨਿਜ ਨੂੰ ਵੇਖਣਾ। ਹੁਣ ਇਹ ਆਪਣੀ ਆਦਤ ਵਿੱਚ ਨਹੀਂ, ਆਪਣੇ ਸੁਭਾਅ ਵਿੱਚ ਨਹੀਂ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਆਪਾਂ ਆਪਣੀਆਂ ਆਦਤਾਂ ਅਨੁਸਾਰ ਕਰਦੇ ਹਾਂ, ਪਰਖ ਕੇ ਨਹੀਂ ਕਰਦੇ, ਚੰਗਾ ਜਾਂ ਮਾੜਾ ਨਹੀਂ, ਆਦਤ ਕਰਕੇ, ਆਪਣੇ ਸੁਭਾਅ ਕਰਕੇ। ਕਿਸੇ ਦਾ ਸੁਭਾਅ ਹੈ ਉਹਨੇ ਦਿਨ 'ਚ 10 ਵਾਰੀ ਚਾਹ ਪੀਣੀ ਹੈ, ਉਹ ਕਿਉਂ ਪੀ ਰਿਹਾ ਹੈ? ਚੰਗੇ ਜਾਂ ਮਾੜੇ ਕਰਕੇ ਨਹੀਂ, ਉਹ ਆਪਣੇ ਸੁਭਾਅ ਕਰਕੇ। ਉਹਨੂੰ ਤਲਬ ਲੱਗਦੀ ਪੀ ਜਾਂਦਾ, ਤਲਬ ਲੱਗਦੀ ਪੀ ਜਾਂਦਾ। ਕਿਸੇ ਨੂੰ ਡਾਕਟਰ ਨੇ ਮਨਾ ਕੀਤਾ, ਬਾਹਰ ਦਾ ਖਾਏਗਾ ਤੇਰੇ ਲਈ ਨੁਕਸਾਨ ਹੈ, ਉਹ ਨਹੀਂ ਰਹਿ ਸਕਦਾ, ਉਹ ਖਾਈ ਜਾਂਦਾ। ਕਿਉਂ ਖਾ ਰਿਹਾ? ਚੰਗੇ ਜਾਂ ਮਾੜੇ ਕਰਕੇ ਨਹੀਂ, ਸੁਭਾਅ ਕਰਕੇ। ਉਹਨੇ ਆਦਤ ਬਣਾ ਲਈ ਹੈ। ਜਿਹੜੀ ਚੀਜ਼ ਸਾਡੀ ਆਦਤ ਵਿੱਚ ਆ ਜਾਏ ਉਹ ਵਾਰ-ਵਾਰ ਰਿਪੀਟ ਹੁੰਦੀ ਹੈ, ਵਾਰ-ਵਾਰ ਰਿਪੀਟ ਹੁੰਦੀ ਹੈ, ਔਰ ਥੋੜ੍ਹੇ ਸਮੇਂ ਬਾਅਦ ਬਿਨਾਂ ਯਤਨ ਦੇ ਰਿਪੀਟ ਹੁੰਦੀ ਹੈ। ਤੁਹਾਨੂੰ ਕੁਝ ਨਹੀਂ ਕਰਨਾ, ਆਪਣੇ ਆਪ ਹੋਏਗੀ। ਤੁਸੀਂ ਆਪਣੀ ਜ਼ੁਬਾਨ 'ਤੇ ਕੋਈ ਸ਼ਬਦ ਵਸਾ ਲਓ, ਤੁਹਾਨੂੰ ਥੋੜ੍ਹੇ ਦਿਨ ਲੱਗਣਗੇ, ਕੋਈ ਸ਼ਬਦ ਜ਼ੁਬਾਨ 'ਤੇ ਐਸਾ ਵਸ ਜਾਏਗਾ, ਤੁਹਾਨੂੰ ਬੋਲਣ ਦੀ ਲੋੜ ਨਹੀਂ, ਉਹ ਆਪਣੇ ਆਪ ਹਰ ਇੱਕ ਸ਼ਬਦ ਨਾਲ ਫਿੱਟ ਹੋ ਕੇ ਤੁਰਿਆ ਆਏਗਾ, ਰਿਪੀਟ ਹੁੰਦਾ ਰਹੇਗਾ। ਕਈਆਂ ਦੇ ਮੂੰਹ 'ਤੇ ਕਈ ਤਕੀਆ ਕਲਾਮ, ਆਪਾਂ ਉਹਨੂੰ ਕਹਿੰਦੇ ਹਾਂ ਤਕੀਆ ਕਲਾਮ, ਉਹ ਤਕੀਆ ਕਲਾਮ ਬਣ ਜਾਂਦਾ, ਹਰ ਇੱਕ ਸ਼ਬਦ ਨਾਲ ਉਹ ਬੋਲਣਾ। ਕਈ ਬੋਲਣਗੇ, ਕਈਆਂ ਦੇ ਤਕੀਆ ਕਲਾਮ ਹੁੰਦੇ, ਉਹ ਹਰ ਗੱਲ ਨਾਲ ਕਹਿਣਗੇ ਸਮਝੇ ਨਾ ਜੀ,
ਥੋੜ੍ਹੀ ਜਿਹੀ ਗੱਲ ਕਹਿਣਗੇ, ਸਮਝੇ ਨਾ ਜੀ। ਮੈਂ ਇਸ ਤਰ੍ਹਾਂ ਬੜਿਆਂ ਨੂੰ ਵੇਖਿਆ ਤੇ ਨੋਟ ਕੀਤਾ। ਕਈਆਂ ਦਾ ਤਕੀਆ ਕਲਾਮ ਹੁੰਦਾ, ਥੋੜ੍ਹੀ ਜਿਹੀ ਗੱਲ ਕਹਿਣਗੇ ਕੀ ਮੈਂ ਗਲਤ ਕਹਿ ਰਿਹਾ, ਫਿਰ ਬੋਲਣਗੇ ਕੀ ਮੈਂ ਗਲਤ ਕਹਿ ਰਿਹਾ। ਉਹ ਜਾਣ ਕੇ ਨਹੀਂ ਕਹਿ ਰਹੇ, ਉਹ ਫਿੱਟ ਹੋ ਗਿਆ, ਹੁਣ ਉਹਨੇ ਆਉਣਾ ਹੀ ਆਉਣਾ ਵਾਰ-ਵਾਰ। ਕਈਆਂ ਦੀ ਜ਼ੁਬਾਨ 'ਤੇ ਕੁਝ ਮਾੜੇ ਸ਼ਬਦ ਵੀ ਗਾਲਾਂ ਦੇ ਰੂਪ ਵਿੱਚ ਉਹ ਵੀ ਵਸੇ ਹੁੰਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ। ਉਹ ਹਰ ਇੱਕ ਗੱਲ ਦੇ ਨਾਲ ਉਹ ਫਿੱਟ ਕਰੀ ਜਾਂਦੇ ਨੇ, ਤੁਰੇ ਆਉਂਦੇ ਨੇ। ਕਿਉਂ? ਆਦਤ ਬਣ ਗਈ ਹੈ। ਆਦਤ, ਸੁਭਾਅ ਬਣ ਗਿਆ, ਆਦਤ ਬਣ ਗਈ। ਉਹੀ ਆਦਤ, ਉਹੀ ਸੁਭਾਅ ਰਿਪੀਟ ਹੋਇਆ ਤੁਰਿਆ ਆਉਂਦਾ ਹੈ। ਆਪਾਂ ਸ਼ੁਰੂ ਦੇ ਵਿੱਚ ਸਕੂਲ ਪੜ੍ਹਦੇ ਹਾਂ, ਬੱਚੇ ਕਾਲਜ ਜਾਂਦੇ ਹਾਂ, ਅੱਗੇ ਉਸ ਤੋਂ ਕੁਝ ਹੋਰ ਸਿੱਖਦੇ ਹਾਂ। ਉਹ ਸਿੱਖਣ ਦੀ ਲਾਲਸਾ, ਇੱਛਾ ਰਹਿੰਦੀ ਹੈ। ਜਦੋਂ ਫਿਰ ਉਹ ਕਿਸੇ ਵੀ ਇੱਕ ਨੌਕਰੀ ਵਿੱਚ ਜਾਂ ਇੱਕ ਧੰਦੇ ਵਿੱਚ ਲੱਗ ਗਏ, ਉਹਦੇ ਵਿੱਚ ਹੀ ਫਿਰ ਉਹ ਆਪਣੇ ਦਾਇਰੇ ਨੂੰ ਜਾਂ ਸਿੱਖਣ ਦੀ ਸੋਚ ਨੂੰ ਸੀਮਤ ਕਰ ਲੈਂਦੇ ਨੇ। ਫਿਰ ਉਸ ਤੋਂ ਅੱਗੇ ਸਿੱਖਣ ਦੀ ਗੱਲ ਸੋਚਦੇ ਹੀ ਨਹੀਂ। ਜੇ ਕੋਈ ਕਰੇ ਤਾਂ ਉਹਨੂੰ ਹਾਸੇ 'ਚ ਟਾਲ ਦਿੰਦੇ ਨੇ। ਸਾਡੀ ਹੁਣ ਕਿਹੜੀ ਸਿੱਖਣ ਦੀ ਉਮਰ ਹੈ, ਹੁਣ ਜੋ ਸਿੱਖ ਲਿਆ ਬਸ ਬਹੁਤ ਹੈ। ਕਿਉਂ? ਉਹ ਆਦਤ ਹੋ ਗਈ, ਉਹਨੇ ਦਾਇਰੇ ਵਿੱਚ ਰਹਿਣਾ। ਉਹੀ ਰਿਪੀਟ, ਵਾਰ-ਵਾਰ ਉਹੀ ਰਿਪੀਟ। ਸਰੀਰ ਦੀਆਂ ਆਦਤਾਂ ਵੀ ਨੇ। ਸਾਈਕੀ ਨਾਲ ਜੁੜੇ ਹੋਏ ਲੋਕ ਆਖਦੇ ਨੇ ਕਿ ਤੁਸੀਂ 21 ਦਿਨ ਤੱਕ ਕੋਈ ਵੀ ਕੰਮ ਲਗਾਤਾਰ ਕਰ ਲਓ, ਤੁਹਾਡੇ ਸਰੀਰ ਨੂੰ ਉਹਦੀ ਆਦਤ ਬਣ ਜਾਏਗੀ। ਜਿਸ ਗੱਲ ਦੀ ਤੁਹਾਨੂੰ ਆਦਤ ਹੈ, ਉਹਨੂੰ 21 ਦਿਨ ਤੱਕ ਨਾ ਕਰੋ, ਉਹਨੂੰ ਛੱਡ ਦਿਓ, ਉਹ ਆਦਤ ਤੁਹਾਡੇ ਗਲੋਂ ਲਹਿ ਜਾਏਗੀ। ਹੁਣ ਸਾਨੂੰ ਆਦਤ ਹੈ, ਇਹ ਆਦਤ ਕਿਉਂ ਬਣੀ? ਦੂਸਰੇ ਦੇ ਔਗੁਣ ਵੇਖਣ ਦੀ ਆਦਤ ਕਿਉਂ ਬਣੀ? ਆਪਣੇ ਆਪ ਨੂੰ ਸਮਝਣ ਵੇਖਣ ਦੀ ਆਦਤ ਕਿਉਂ ਨਹੀਂ ਪਈ? ਕਿਉਂਕਿ ਸਾਡੇ ਸਰੀਰ ਦੇ ਸਾਰੇ ਇੰਦਰੀ ਬਾਹਰ ਨੂੰ ਖੁੱਲ੍ਹਦੇ ਨੇ। ਅੱਖਾਂ ਬਾਹਰ ਵੇਖਦੀਆਂ ਨੇ। ਅੱਖਾਂ ਨੂੰ ਮੈਂ ਬੰਦ ਕਰ ਲਾਂ, ਕੁਝ ਵੀ ਨਹੀਂ ਦਿਖਦਾ। ਕੰਨ ਬਾਹਰੋਂ ਸੁਣਦੇ ਨੇ। ਕੰਨਾਂ ਨੂੰ ਮੈਂ ਬੰਦ ਕਰ ਲਾਂ, ਕੁਝ ਵੀ ਨਹੀਂ ਸੁਣਦਾ। ਮੂੰਹ ਬਾਹਰ ਨੂੰ ਬੋਲਦਾ ਹੈ, ਮੈਂ ਮੂੰਹ ਨੂੰ ਬੰਦ ਕਰ ਲਾਂ, ਇਹ ਨਾ ਅੰਦਰ ਨਾ ਬਾਹਰ ਕੁਝ ਵੀ ਨਹੀਂ ਬੋਲਦਾ। ਸਾਡੇ ਇਹ ਇੰਦਰੀਆਂ ਦਾ ਫਲੋ ਬਾਹਰ ਨੂੰ ਹੈ। ਇਹ ਬਾਹਰੋਂ ਸੁਣਦੇ ਨੇ, ਬਾਹਰ ਨੂੰ ਵੇਖਦੇ ਨੇ। ਸਾਰੇ 9 ਦੁਆਰਿਆਂ ਦਾ ਜਿਹੜਾ ਮੁੱਖ ਹੈ ਉਹ ਬਾਹਰ ਨੂੰ ਹੈ। ਇਹਨਾਂ ਦੁਆਰਿਆਂ ਦੇ ਆਸ਼ਰਿਤ ਸਾਡੀ ਆਦਤ ਬਣ ਗਈ ਬਾਹਰ ਵੇਖਣਾ, ਬਾਹਰੋਂ ਸੁਣਨਾ, ਬਾਹਰ ਨੂੰ ਬੋਲਣਾ। ਇਸੇ ਹੀ ਆਦਤ ਦੇ ਨਾਲ ਅਸੀਂ ਇਹ ਹੌਲੀ ਹੌਲੀ ਕਰਕੇ ਇਹ ਆਦਤ ਵੀ ਪਕਾ ਲਈ, ਦੂਸਰੇ ਦੇ ਔਗੁਣ, ਦੂਸਰੇ ਦੇ ਗੁਣ। ਔਰ ਇਹ ਸਾਨੂੰ ਦੋਨੋਂ ਹੀ ਚੰਗੇ ਲੱਗਦੇ ਨੇ। ਨਿੰਦਿਆ ਵੀ ਚੰਗੀ ਲੱਗਦੀ, ਉਸਤਤ ਵੀ ਚੰਗੀ ਲੱਗਦੀ। ਇਹ ਨਹੀਂ ਹੈ ਕਿ ਸਾਨੂੰ ਇਕੱਲੀ ਨਿੰਦਿਆ ਚੰਗੀ ਲੱਗਦੀ ਹੈ ਜਾਂ ਉਸਤਤ ਚੰਗੀ ਲੱਗਦੀ, ਦੋਨੋਂ ਚੰਗੀਆਂ ਲੱਗਦੀਆਂ ਨੇ। ਉਹਦੇ ਪਿੱਛੇ ਸਾਡੀ ਇੱਕ ਸ਼ਰਤ ਹੈ, ਇੱਕ ਕੰਡੀਸ਼ਨ ਹੈ। ਮੈਨੂੰ ਨਿੰਦਿਆ ਬਹੁਤ ਚੰਗੀ ਲੱਗਦੀ ਹੈ, ਸ਼ਰਤ ਇਹ ਵੀ ਕੋਈ ਮੇਰੀ ਨਾ ਕਰੇ, ਕਿਸੇ ਹੋਰ ਦੀ ਹੋਵੇ। ਰਾਤ ਦਿਨ ਕਰੀ ਜਾ, ਮੈਂ ਸੁਣਾਂਗਾ, ਦੂਜੇ ਦੀ ਹੋਵੇ। ਔਰ ਜਿਹਦੇ ਨਾਲ ਥੋੜ੍ਹਾ ਬਹੁਤ ਕੋਈ ਖਟਾਸ ਹੋਵੇ, ਜੇ ਉਹਦੀ ਹੋਵੇ, ਫਿਰ ਤੇ ਸੋਨੇ 'ਤੇ ਸੁਹਾਗਾ। ਫਿਰ ਤੇ ਜੋ ਦੂਸਰੇ ਦੀ ਨਿੰਦਿਆ ਮਨ ਨੂੰ ਸਕੂਨ ਦਿੰਦੀ ਹੈ, ਉਹ ਸਕੂਨ ਕਿਤੇ ਹੋਰ ਲੱਭਦਾ ਹੀ ਨਹੀਂ। ਸੁਣਦੇ ਹਾਂ ਨਾ ਮੈਂ ਆਪਾਂ ਸ਼ਬਦ ਇਸ ਲਈ ਵਰਤਦਾ ਹੁੰਦਾ ਵੀ ਜੇ ਮੈਂ ਇਸ ਸਟੇਜ 'ਤੇ ਬਹਿ ਗਿਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਤੁਹਾਡੇ ਤੋਂ ਜੁਦਾ ਹੋ ਗਿਆ, ਕਿ ਜੋ ਮੈਂ ਕਹਿ ਰਿਹਾ ਸਿਰਫ ਤੁਹਾਡੇ 'ਤੇ ਮੇਰੇ 'ਤੇ ਨਹੀਂ। ਆਪਾਂ ਦਾ ਮਤਲਬ ਆਪਣੇ ਸਾਰਿਆਂ 'ਤੇ। ਇਹ ਬਚਨ ਗੁਰੂ ਦੇ ਨੇ, ਹੈ ਆਪਣੇ ਸਾਰਿਆਂ ਲਈ, ਆਪਣੇ ਸਾਰਿਆਂ ਲਈ। ਆਪਾਂ ਇਹਨੂੰ ਸਮਝਣਾ, ਵਿਚਾਰਨਾ। ਉਸਤਤ ਤੇ ਨਿੰਦਿਆ ਲਈ ਆਪਣੀ ਕੰਡੀਸ਼ਨ ਹੈ, ਆਪਣੀ ਆਪਣੀ। ਦੂਸਰੇ ਦੀ ਹੋਏ, ਰਾਤ ਦਿਨ ਸੁਣਾਂਗਾ, ਮੈਨੂੰ ਚੰਗੀ ਲੱਗੇਗੀ, ਸ਼ਰਤ ਇਹ ਮੇਰੀ ਨਾ ਹੋਵੇ। ਮੇਰੇ ਕੋਲ ਕੋਈ ਉਸਤਤ ਵੀ ਕਰੇ, ਉਹ ਵੀ ਮੈਨੂੰ ਬਹੁਤ ਚੰਗੀ ਲੱਗੇਗੀ, ਪਰ ਉਹਦੇ ਲਈ ਮੇਰੀ ਸ਼ਰਤ ਹੈ ਵੀ ਉਹ ਦੂਜੇ ਦੀ ਨਾ ਹੋਵੇ, ਮੇਰੀ ਹੋਵੇ। ਮੇਰੀ ਉਸਤਤ ਕੋਈ ਕਰੇ, ਰਾਤ ਦਿਨ ਕਰੇ, ਮੈਂ ਸੁਣਾਂਗਾ, ਵਾਹ ਵਾਹ। ਦੂਜੇ ਦੀ ਕੋਈ ਨਿੰਦਿਆ ਕਰੇ, ਮੈਂ ਰਾਤ ਦਿਨ ਸੁਣਾਂਗਾ, ਵਾਹ ਵਾਹ। ਉਸਤਤ ਵੀ ਚੰਗੀ ਲੱਗਦੀ ਹੈ, ਨਿੰਦਿਆ ਵੀ ਚੰਗੀ ਲੱਗਦੀ ਹੈ। ਦੂਸਰੇ ਦੀ ਕੋਈ ਇੱਕ ਕਮੀ ਦੱਸੇਗਾ, ਨਾਲ ਆਪਾਂ ਹੋਰ ਉਹਦੇ ਪੜੁੱਲ ਬਣਦੇ ਜਾਣਾ। ਇੱਕ ਨੂੰ ਜੋੜ ਜੋੜ ਕੇ 5-7 ਕਰ ਦੇਣੀ ਆ। ਮੇਰੀ ਕੋਈ ਇੱਕ ਕਮੀ ਦੱਸੇਗਾ, ਮੈਂ ਉਹਦੇ ਗਲ ਪੈ ਜਾਣਾ। ਤੂੰ ਨਾ ਕੌਣ ਮੈਨੂੰ ਦੱਸਣ ਵਾਲਾ, ਤੂੰ ਨਾ ਕੌਣ ਮੈਨੂੰ ਦੱਸਣ ਵਾਲਾ। ਦੁਨੀਆ ਭਰ ਦੀਆਂ ਹੋਰ ਗੱਲਾਂ, ਦਲੀਲਾਂ ਦੇ ਦੇ ਕੇ ਮੈਂ ਕੋਸ਼ਿਸ਼ ਕਰਾਂਗਾ ਇਹਨੂੰ ਮੈਂ ਝੂਠਾ ਕਰਾਂ ਤੇ ਇਹਦਾ ਮੂੰਹ ਬੰਦ ਕਰਾਵਾਂ, ਜਿਹੜਾ ਮੇਰੀ ਕਮੀ ਦੱਸਦਾ ਹੈ। ਪੰਚਦਸ਼ੀ ਦੀ ਇੱਕ ਕਥਾ ਹੁੰਦੀ ਹੈ।
ਇੱਕ ਨੌਕਰ ਬਾਜ਼ਾਰ ਵਿੱਚ ਜਾ ਰਿਹਾ ਸ਼ੀਸ਼ਾ ਲੈਣ ਵਾਸਤੇ, ਸ਼ੀਸ਼ਾ ਲੈ ਕੇ ਆਉਂਦਾ ਹੈ। ਥੋੜ੍ਹੀ ਦੇਰ ਬਾਅਦ ਉਹ ਫਿਰ ਬਾਜ਼ਾਰ ਨੂੰ ਤੁਰਿਆ ਜਾਂਦਾ ਹੈ, ਫਿਰ ਸ਼ੀਸ਼ਾ ਲੈ ਕੇ ਆਉਂਦਾ ਹੈ, ਫਿਰ ਬਾਜ਼ਾਰ ਨੂੰ ਤੁਰਿਆ ਜਾਂਦਾ ਹੈ। ਕੋਈ ਰੱਬ ਦਾ ਪਿਆਰਾ ਮਿਲਿਆ, ਉਹਨੇ ਕਿਹਾ ਕੀ ਹੋਇਆ? ਉਹਨੇ ਕਿਹਾ ਜੀ ਪੁੱਛੋ, ਕੁਛ ਨਾ, ਕੀ ਹੋਇਆ? ਆਖਰੀ ਚੱਕਰ ਹੈ, ਇਸ ਤੋਂ ਬਾਅਦ ਤੁਹਾਨੂੰ ਮੈਂ ਦਿਖਣ ਵਾਲਾ ਨਹੀਂ, ਜੋ ਹੋਣਾ ਸੀ ਹੋ ਗਿਆ। ਉਹਨੇ ਕਿਹਾ ਤੈਨੂੰ ਕਿੰਨਿਆਂ ਕਿ ਸ਼ੀਸ਼ਿਆਂ ਦੀ ਲੋੜ ਹੈ? ਮੈਂ ਕਦੋਂ ਦਾ ਵੇਖ ਰਿਹਾ ਜਾਣਾ ਬਾਜ਼ਾਰ ਤੋਂ ਸ਼ੀਸ਼ਾ ਖਰੀਦ ਕੇ। ਉਹਨਾਂ ਕਹਿੰਦੇ ਜੀ ਮੈਂ ਕੀ ਕਰਨਾ ਸ਼ੀਸ਼ਾ, ਮੈਂ ਜਿਨ੍ਹਾਂ ਦੇ ਘਰ ਵਿੱਚ ਨੌਕਰ ਆ, ਉਹ ਰਾਣੀ ਨੂੰ ਸ਼ੀਸ਼ਾ ਚਾਹੀਦਾ। ਉਹ ਰਾਣੀ ਕਹਿੰਦੀ ਸ਼ੀਸ਼ਾ ਲੈ ਕੇ ਆ। ਮੈਂ ਸ਼ੀਸ਼ਾ ਲੈ ਕੇ ਆਇਆ। ਉਹ ਸ਼ੀਸ਼ੇ ਦੇ ਸਾਹਮਣੇ ਖਲੋਤੀ ਹੈ, ਉਹਨੂੰ ਆਪਣੀ ਸ਼ਕਲ ਸੋਹਣੀ ਨਹੀਂ ਲੱਗੀ। ਉਹ ਆਂਦੀ ਸ਼ੀਸ਼ਾ ਖਰਾਬ ਹੈ, ਸ਼ੀਸ਼ਾ ਤੋੜਤਾ, ਦੂਜਾ ਲੈ ਕੇ ਆ। ਜ਼ਿਆਦਾ ਕੀਮਤ ਦਾ ਦੂਸਰਾ ਲੈ ਕੇ ਗਿਆ, ਉਹ ਸੋਹਣੀ ਨਹੀਂ ਦਿਖੀ, ਉਹਨੇ ਦੂਜਾ ਤੋੜਤਾ। ਹੁਣ ਉਹ ਰਾਣੀ ਹੈ, ਮੈਂ ਬੋਲ ਨਹੀਂ ਸਕਦਾ। ਮੈਨੂੰ ਆਂਦੀ ਹੈ ਵੀ ਤੂੰ ਅਕਲ ਨਾਲ ਸਿਆਣਪ ਨਾਲ ਖਰੀਦ ਕੇ ਨਹੀਂ ਲੈ ਕੇ ਆਉਂਦਾ। ਕਿੰਨੀ ਵਾਰ ਮੈਂ ਗਿਆ, ਆ ਕੁਝ ਹੋਇਆ। ਹੁਣ ਉਹਨੇ ਕਿਹਾ ਵੀ ਉਹ ਸ਼ੀਸ਼ਾ ਲੈ ਕੇ ਆਵੀਂ ਜਿਹਦੇ ਵਿੱਚ ਮੈਂ ਸੋਹਣੀ ਦਿਖਾਂ। ਜੇ ਮੇਰੀ ਸ਼ਕਲ ਸੋਹਣੀ ਨਾ ਦਿਖੀ ਤੇ ਸ਼ੀਸ਼ੇ ਦੇ ਨਾਲ ਨਾਲ ਤੂੰ ਵੀ ਗਿਆ। ਅਕਲ ਨਹੀਂ ਤੈਨੂੰ, ਤੂੰ ਵੀ ਗਿਆ। ਉਹਨੇ ਕਿਹਾ ਮਸਲਾ ਕੀ ਹੈ, ਤੂੰ ਸ਼ੀਸ਼ਾ ਚੱਜਦਾ ਕਿਉਂ ਨਹੀਂ ਖੜਦਾ? ਆਂਦਾ ਮੇਰਾ ਸ਼ੀਸ਼ਾ ਤੇ ਜਿਹੋ ਜਿਹਾ ਹੈ ਉਹੋ ਜਿਹਾ ਹੀ ਹੈ, ਪਰ ਇੱਥੇ ਸ਼ੀਸ਼ਾ ਕੀ ਕਰੇ, ਇੱਥੇ ਮੈਂ ਕੀ ਕਰਾਂ, ਇੱਥੇ ਕੋਈ ਹੋਰ ਕੀ ਕਰੇ ਕਿ ਜਿਹੜੀ ਉਹ ਰਾਣੀ ਮੂੰਹ ਤੱਕਦੀ ਹੈ ਉਹਦੀ ਆਪਣੀ ਸ਼ਕਲ ਸੋਹਣੀ ਨਹੀਂ। ਉਹ ਆਪ ਕਰੂਪ ਹੈ, ਆਪ ਕਰੂਪ ਹੋ ਕੇ ਸ਼ੀਸ਼ੇ 'ਚੋਂ ਸੋਹਣਾ ਦਿਖਣਾ ਚਾਹੁੰਦੀ ਹੈ। ਔਰ ਇਹ ਕਹਾਣੀ ਕਿਸੇ ਰਾਣੀ ਦੀ ਨਹੀਂ, ਇਹ ਕਹਾਣੀ ਮੇਰੀ ਹੈ, ਤੁਹਾਡੀ, ਆਪਣੇ ਸਾਰਿਆਂ ਦੀ। ਕਰੂਪ ਹੋ ਕੇ ਵੀ ਸੋਹਣੇ ਦਿਖਣਾ ਚਾਹੁੰਦੇ। ਇੱਥੇ ਕਰੂਪ ਦਾ ਮਤਲਬ ਕੀ? ਨੈਣ ਨਕਸ਼, ਅੱਖਾਂ, ਨੱਕ, ਮੂੰਹ ਸੋਹਣਾ, ਦੰਦ ਸੋਹਣੇ ਨਹੀਂ। ਇੱਥੇ ਸੁੰਦਰਤਾ ਗੁਣਾਂ ਦੀ। ਅਸੀਂ ਬਿਨਾਂ ਗੁਣਾਂ ਤੋਂ ਵੀ ਸੋਹਣੇ ਦਿਖਣਾ ਚਾਹੁੰਦੇ। ਮੈਂ ਝੂਠ ਬੋਲਾਂ, ਮੈਂ ਬੇਈਮਾਨੀਆਂ ਕਰਾਂ, ਮੈਂ ਰੱਜ ਕੇ ਵੀ ਵਿਚਾਰ ਕਰਾਂ, ਦੁਨੀਆ ਦਾ ਜੋ ਐਬ ਹੈ ਉਹ ਮੇਰੇ ਪੱਲੇ ਹੋਵੇ, ਇਸ ਦੇ ਬਾਵਜੂਦ ਵੀ ਲੋਕ ਮੇਰੀ ਤਾਰੀਫ ਕਰਨ। ਮੈਂ ਕਰੂਪ ਹਾਂ, ਪਰ ਸਮਾਜ ਰੂਪ ਸ਼ੀਸ਼ਾ ਮੈਨੂੰ ਸੋਹਣਾ ਦਿਖਾਵੇ। ਜਿੱਥੇ ਜਾਵਾਂ ਉੱਥੇ ਮੇਰੀ ਤਾਰੀਫ ਹੋਵੇ, ਬੱਲੇ ਬੱਲੇ ਤੇਰੇ ਵਰਗਾ ਕੋਈ ਨਹੀਂ। ਇਸ ਮਾੜੀ ਆਦਤ ਨੇ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਨੁਕਸਾਨ ਕੀਤਾ। ਹੋ ਸਕਦਾ ਪਰਿਵਾਰਕ ਤੌਰ 'ਤੇ ਨਾ ਕੀਤਾ ਹੋਵੇ, ਸਮਾਜਿਕ ਤੌਰ 'ਤੇ ਨਾ ਕੀਤਾ ਹੋਵੇ, ਇਹਦੇ ਵਪਾਰ ਦੇ, ਇਹਦੀ ਕਿਰਤ ਵਿਹਾਰ ਦੇ ਖੇਤਰ ਵਿੱਚ ਇਹਦਾ ਨੁਕਸਾਨ ਨਾ ਹੋਇਆ ਹੋਵੇ। ਪਰ ਜੇ ਤੁਸੀਂ ਬਾਣੀ ਪੜ੍ਹ ਕੇ ਵੇਖੋਗੇ ਤੇ ਧਰਮ ਦੀ ਦੁਨੀਆ ਵਿੱਚ ਇਸ ਮਾੜੀ ਆਦਤ ਨੇ ਪੱਲੇ ਛੱਡਿਆ ਹੀ ਕੱਖ ਨਹੀਂ, ਕੱਖ ਪੱਲੇ ਨਹੀਂ ਛੱਡਿਆ। ਧਰਮ ਦੀ ਦੁਨੀਆ ਵਿੱਚ ਇਸ ਮਾੜੀ ਆਦਤ ਨੇ ਸਾਡਾ ਨੁਕਸਾਨ ਕੀਤਾ। ਕਿਉਂ ਕੀਤਾ? ਕਿਉਂਕਿ ਇੱਥੇ ਤੇ ਉਹ ਦਰ ਹੈ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ। ਇਹ ਤੇ ਉਹ ਦਰ ਹੈ ਜਿਸ ਦਰ ਵਿੱਚ ਗੁਰੂ ਦੇ ਸਿੱਖ ਨੇ ਆ ਕੇ ਤੇ ਮੈਨੂੰ ਗਵਾਉਣਾ ਹੈ, ਮੇਰੀ ਨੂੰ ਗਵਾਉਣਾ ਹੈ, ਤੇ ਆਪਣੇ ਪਰਦੇ ਫੋਲ ਕੇ ਰੱਖ ਦੇਣੇ ਨੇ ਸਤਿਗੁਰੂ ਦੇ ਅੱਗੇ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਹ ਕਿਹਦੀ ਦਸ਼ਾ ਹੈ? ਆਪਣੀ ਦਸ਼ਾ ਹੈ ਨਾ, ਇਹ ਮੇਰੀ ਦਸ਼ਾ। ਗੁਰਬਾਣੀ ਦੱਸਦੀ ਹੈ ਸਾਡੀ ਦਸ਼ਾ। ਇੱਥੇ ਆ ਕੇ ਅਸੀਂ ਮੈਂ ਨੂੰ ਮੇਰੀ ਨੂੰ ਮਿਟਾਉਣਾ। ਜੋ ਅਸੀਂ ਹਕੀਕਤ ਵਿੱਚ ਹਾਂ ਉਹ ਦਿਖਣਾ। ਇਸੇ ਭੁਲੇਖੇ ਵਿੱਚ ਅਸੀਂ ਜਿਉਂਦੇ ਹਾਂ, ਇਸੇ ਭੁਲੇਖੇ ਵਿੱਚ। ਉਹੀ ਸਾਡੀਆਂ ਆਦਤਾਂ ਨੇ, ਕਸੀਆਂ ਪਿੱਟੀਆਂ ਪੁਰਾਣੀਆਂ ਰਿਪੀਟ ਹੁੰਦੀਆਂ ਤੁਰੀਆਂ ਆਉਂਦੀਆਂ ਨੇ। ਚੰਗਿਆਈਆਂ ਪੱਲੇ ਨਹੀਂ, ਇਸ ਦੇ ਬਾਵਜੂਦ ਦੁਨੀਆ ਤੋਂ ਸ਼ੋਭਾ ਸੁਣਨ ਦੀ ਲਾਲਸਾ ਹੈ। ਸਕੂਨ ਮਿਲਦਾ ਲੋਕਾਂ ਕੋਲੋਂ ਆਪਣੀ ਤਾਰੀਫ ਸੁਣ ਕੇ, ਸਕੂਨ ਮਿਲਦਾ ਲੋਕਾਂ ਕੋਲੋਂ ਲੋਕਾਂ ਦੀ ਨਿੰਦਿਆ ਸੁਣ ਕੇ। ਚੰਗਾ ਲੱਗਦਾ ਖੁਦ ਨੂੰ ਖੁਦ ਦੀ ਤਾਰੀਫ ਕਰਕੇ, ਚੰਗਾ ਲੱਗਦਾ ਖੁਦ ਨੂੰ ਦੂਜੇ ਦੀ ਨਿੰਦਿਆ ਕਰਕੇ। ਆਹੀ 5-4 ਗੱਲਾਂ ਦੇ ਵਿੱਚ ਸਾਡੀ ਜ਼ਿੰਦਗੀ ਦਿਨ ਬ ਦਿਨ ਕਬਰ ਦੇ ਨੇੜੇ ਹੁੰਦੀ ਤੁਰੀ ਜਾ ਰਹੀ ਹੈ, ਨੇੜੇ ਹੁੰਦੀ ਤੁਰੀ ਜਾ ਰਹੀ ਹੈ। ਹੁਣ ਤੁਸੀਂ ਇਸ ਸ਼ਬਦ ਨੂੰ ਸ਼ੀਸ਼ਾ ਬਣਾ ਕੇ ਆਪਣੇ ਆਪ ਨੂੰ ਵੇਖਣਾ ਹੈ। ਤੁਸੀਂ ਹੀ ਨਹੀਂ, ਆਪਾਂ ਸਾਰਿਆਂ। ਇਹ ਸ਼ਬਦ ਹੈ ਸ਼ੀਸ਼ਾ।
ਤੇ ਜਦੋਂ ਤੁਸੀਂ ਇਹਨੂੰ ਸੀਸਾ ਬਣਾ ਕੇ ਵੇਖੋਗੇ ਨਾ, ਤੇ ਮਹਾਰਾਜ ਦੀ ਬਾਣੀ ਤੇ ਯਕੀਨ ਕਰਿਓ, ਆਪਾਂ ਇੱਕ ਦੂਸਰੇ ਤੋਂ ਪਰਦਾ ਉੱਲਾ ਰੱਖ ਲੈਂਦੇ ਹਾਂ, ਰੱਖ ਸਕਦੇ ਹਾਂ, ਆਪਣੇ ਆਪ ਤੋਂ ਤੇ ਨਹੀਂ ਨਾ। ਤੇ ਬਿਲਕੁਲ ਇਹ ਸ਼ਬਦ ਸਾਨੂੰ ਸਾਡੀ ਹਕੀਕਤ ਦਿਖਾ ਦੇਗਾ ਕਿ ਅਸੀਂ ਕਿੱਥੇ ਖਲੋਤੇ ਹਾਂ। ਗੁਰੂ ਦਾ ਸ਼ਬਦ ਸਾਡੇ ਲਈ ਕੀ ਆਖਦਾ ਹੈ, ਅਸੀਂ ਕਿੱਥੇ ਖਲੋਤੇ ਹਾਂ। ਤੇ ਮੈਂ ਇੱਕ ਬੇਨਤੀ ਕਰਾਂ ਆਰੰਭ ਦੇ ਵਿੱਚ ਵੀ ਸਿਆਣੇ ਲੋਕ ਕਹਿੰਦੇ ਨੇ, ਜੇ ਦਿਸ਼ਾ ਬਦਲ ਜੇ ਨਾ, ਦਿਸ਼ਾ, ਤੇ ਦਸ਼ਾ ਆਪਣੇ ਆਪ ਬਦਲ ਜਾਂਦੀ ਹੈ। ਜੇ ਦਿਸ਼ਾ ਬਦਲ ਜੇ ਨਾ, ਦਿਸ਼ਾ, ਤੇ ਦਸ਼ਾ ਆਪਣੇ ਆਪ ਬਦਲ ਜਾਣੀ ਹੈ। ਦਿਸ਼ਾ ਹੈ ਨਾ, ਡਾਇਰੈਕਸ਼ਨ ਹੈ, ਠੇਕੇ ਵੱਲ ਜਾਂਦਾ, ਕੁਝ ਨਹੀਂ ਕਰਨਾ। ਦਿਸ਼ਾ ਬਦਲ ਲੈਣੀ ਹੈ, ਠੇਕੇ ਨੂੰ ਨਹੀਂ ਜਾਣਾ, ਗੁਰਦੁਆਰੇ ਨੂੰ ਜਾਣਾ ਹੈ। ਜਿਹਦੀ ਦਿਸ਼ਾ ਬਦਲ ਗਈ, ਉਹਦੀ ਦਸ਼ਾ ਹਾਲਤ ਆਪਣੇ ਆਪ ਬਦਲ ਜੇਗੀ, ਆਪਣੇ ਆਪ ਬਦਲ ਜੇਗੀ। ਇਹ ਥੋੜੀ ਜੀ ਇਹ ਦਿਸ਼ਾ ਹੀ ਬਦਲਣੀ ਹੈ। ਕੰਮ ਸਾਰੇ ਉਹੀ ਨੇ, ਬਚਨ ਸਾਰੇ ਉਹੀ ਨੇ, ਪਰ ਸਾਡਾ ਨਿਸ਼ਾਨਾ ਗਲਤ ਹੈ। ਵੀ ਮਾਰੇ ਕਹਿੰਦੇ ਆ ਨਹੀਂ, ਆ ਉਹੀ ਰਸੋਈ ਹੈ, ਮਿਰਚਾਂ ਵਾਲਾ ਡੱਬਾ ਵੀ ਉੱਥੇ ਹੀ ਹੈ, ਮੂੰਹ 'ਚ ਪਾ ਲੇ ਬੱਚਾ ਚੀਕਾਂ ਮਾਰ ਲੱਗ ਜਾਂਦਾ ਹੈ, ਉਹੀ ਰਸੋਈ ਹੈ। ਖੰਡ ਦਾ ਡੱਬਾ ਵੀ ਉੱਥੇ ਹੀ ਹੈ, ਬੱਚਾ ਖਾ ਕੇ ਖੁਸ਼ ਹੋ ਜਾਂਦਾ ਹੈ, ਉਹੀ ਹੈ। ਇਹੀ ਸਮਾਜ ਹੈ, ਇਹੀ ਦੁਨੀਆ, ਇੱਥੇ ਸਭ ਕੁਝ ਹੈ। ਸੰਸਾਰ ਬਿਰਖ ਕੋ ਦੋਏ ਫਲ ਲਾਏ, ਅੰਮ੍ਰਿਤ ਵੀ ਇੱਥੇ ਹੀ ਹੈ, ਜ਼ਹਿਰ ਵੀ ਇੱਥੇ ਹੀ ਹੈ। ਪਰ ਤੇਰੀ ਦਿਸ਼ਾ ਠੀਕ ਹੋ ਜਾਏ ਨਾ, ਸਭ ਕੁਝ ਠੀਕ ਹੋ ਜਾਏਗਾ। ਆਓ ਗੁਰੂ ਦੇ ਬਚਨ ਦੇ ਬਲ ਨਾਲ, ਗੁਰੂ ਦੇ ਬਚਨ ਦੀ ਤਾਕਤ ਨਾਲ ਆਪਣੇ ਮਨ ਦੀ ਦਿਸ਼ਾ ਬਦਲੀਏ। ਤੇ ਜਦੋਂ ਤੁਸੀਂ ਦਿਸ਼ਾ ਬਦਲੀ ਨਾ, ਅਗਲਾ ਕੰਮ ਗੁਰੂ ਦਾ ਹੈ, ਅਗਲਾ ਕੰਮ ਗੁਰੂ ਨੇ ਆਪੇ ਕਰਨਾ। ਅਸੀਂ ਵਾਹਿਗੁਰੂ ਬਾਅਦ 'ਚ ਕਹਿੰਦੇ ਹਾਂ, ਉਸ ਤੋਂ ਪਹਿਲਾਂ ਸੋਚਦੇ ਹਾਂ ਵੀ ਵਾਹਿਗੁਰੂ ਆਖਾ ਕਿੰਨੀ ਵਾਰ ਕਿ ਮੈਂ ਬ੍ਰਹਮ ਗਿਆਨੀ ਹੋ ਜਾ। ਆਖਾ ਕਿੰਨੀ ਵਾਰ ਵਾਹਿਗੁਰੂ, ਇਹਦੀ ਜੁਗਤ ਕੀ ਹੈ, ਇਹਦੀ ਵਿਧੀ ਕੀ ਹੈ, ਕਿੰਨੇ ਦਿਨ ਕਰਨਾ ਹੈ, ਰੱਬ ਹੀ ਪ੍ਰਗਟ ਹੋ ਜਾਏ। ਇਹ ਤੋਂ ਅੱਗੇ ਕੁਝ ਵੀ ਨਹੀਂ ਕਰਨਾ। ਸਾਡੇ ਸਾਹਮਣੇ ਥਾਲ ਵਿੱਚ ਭੋਜਨ ਹੈ, ਕਿੰਨਾ ਕੰਮ ਕਰਨਾ ਆਪਾਂ, ਬੁਰਕੀ ਤੋੜੀ, ਮੂੰਹ ਵਿੱਚ ਚਬਾਈ, ਚਬਾ ਕੇ ਅੰਦਰ ਨਗਾ ਲਈ। ਹੁਣ ਨਗਾਉਣ ਤੋਂ ਬਾਅਦ ਤੁਹਾਡਾ ਕੋਈ ਕੰਮ ਰਹਿ ਗਿਆ? ਕੁਝ ਵੀ ਨਹੀਂ, ਸਰੀਰ ਨੇ ਆਪੇ ਕਰਨਾ। ਬਾਕੀ ਕੰਮ ਸਰੀਰ ਦਾ ਉਹਨੇ ਆਪੇ ਕਰਨਾ। ਕਿਵੇਂ ਉਹਨੂੰ ਪਚਾਉਣਾ ਹੈ, ਕਿਵੇਂ ਉਹਦਾ ਖੂਨ ਬਣਾਉਣਾ ਹੈ, ਕੀ ਕਰਨਾ, ਇਹ ਸਰੀਰ ਦਾ ਕੰਮ। ਅਸੀਂ ਗੁਰੂ ਗੁਰੂ ਕਰੀਏ, ਆਪਣੀ ਦਿਸ਼ਾ, ਆਪਣਾ ਮੁੱਖ ਗੁਰੂ ਵੱਲ ਕਰਕੇ ਮਨ ਮੁੱਖ ਤੋਂ ਗੁਰਮੁਖ ਬਣਨ ਵਾਲੀ ਇਹ ਦਸ਼ਾ ਬਦਲੀਏ, ਤੇ ਬਾਕੀ ਸਾਰਾ ਕੁਝ ਗੁਰੂ ਨੇ ਕਰਨਾ। ਸਵਾਰਨਾ ਗੁਰੂ ਨੇ। ਔਰ ਗੁਰੂ ਹੁਣ ਕਿਉਂ ਨਹੀਂ ਸਵਾਰੇਗਾ? ਜਿਹਨੇ ਸਾਨੂੰ ਮਾਤਾ ਦੇ ਗਰਭ ਵਿੱਚ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਵਿੱਚ ਜਿਹਨੇ ਉਬਾਰਿਆ, ਉਹ ਹੁਣ ਕਿਉਂ ਨਹੀਂ ਸਵਾਰੇਗਾ? ਕਿ ਹੁਣ ਉਹਨੂੰ ਸਵਾਰਨ ਦੀ ਕਲਾ ਭੁੱਲ ਗਈ? ਉਹ ਸਦੀਵ ਸਵਾਰਦਾ, ਸਦੀਵ ਸਵਾਰਨ ਵਾਲਾ। ਪਰ ਤੇਰੀ ਦਸ਼ਾ ਬਦਲ ਗਈ, ਇਹਨੂੰ ਇੱਧਰ ਛੱਡ ਕੇ ਉੱਧਰ ਹੋ ਗਿਆ। ਗੁਰੂ ਕਿਰਪਾ ਕਰੇ ਤੇ ਪਵਿੱਤਰ ਬਚਨ ਗੌੜੀ ਮਹੱਲਾ ਪੰਜਵਾਂ, ਰਾਗ ਗੌੜੀ। ਤੇ ਸਾਡੇ ਸਾਰਿਆਂ ਤੇ ਕਿਰਪਾ ਕੀਤੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ, ਜਿਨ੍ਹਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਦੋਹਤਾ ਬਾਣੀ ਕਾ ਬੋਹਤਾ। ਔਰ ਸੰਸਾਰ ਲਈ ਮਹਾਰਾਜ ਨੇ ਇਹ ਉਹ ਬੋਹਤ ਸਮੁੰਦਰ ਬਣਾ ਕੇ ਦਿੱਤਾ, ਇਹ ਬੇੜਾ ਬਣਾ ਕੇ ਦਿੱਤਾ ਸੰਸਾਰ ਰੂਪ ਸਮੁੰਦਰ ਤੋਂ ਤਰਨ ਲਈ, ਜਿਸ ਬੇੜੇ ਵਿੱਚ ਬਹਿ ਕੇ ਅਸੀਂ ਮਰਨ ਤੋਂ ਬਾਅਦ ਮੁਕਤ ਹੋਣ ਤੇ ਤਰਨ ਦੀ ਗੱਲ ਜੇਨ 'ਚ ਵਸਾ ਕੇ ਤੇ ਬਾਣੀ ਨਾਲ ਜੁੜਦੇ ਹਾਂ। ਬਾਣੀ ਮੁਕਤ ਕਰਦੀ ਹੈ ਮਰਨ ਤੋਂ ਬਾਅਦ, ਭਵ ਸਾਗਰ ਤੋਂ ਤਰਨਾ ਮਰਨ ਤੋਂ ਬਾਅਦ। ਨਹੀਂ ਨਹੀਂ, ਮਰਨ ਤੋਂ ਬਾਅਦ ਕੁਝ ਵੀ ਨਹੀਂ, ਸਾਰਾ ਕੁਝ ਜੀਂਦੇ ਜੀ। ਮੁਕਤ ਹੋਣਾ ਜੀਂਦੇ ਜੀ, ਭਵ ਸਾਗਰ ਤਰਨਾ ਜੀਂਦੇ ਜੀ, ਮਨ ਮਤ ਤੋਂ ਬਚਣਾ ਜੀਂਦੇ ਜੀ, ਗੁਰੂ ਚਰਨਾਂ 'ਚ ਸੁਰਤ ਨੇ ਨਿਵਾਸ ਕਰਨਾ ਜੀਂਦੇ ਜੀ। ਮਰਨ ਤੋਂ ਬਾਅਦ ਦਾ ਕੋਈ ਚੱਕਰ ਨਹੀਂ ਇੱਥੇ। ਗੁਣ ਕੀਰਤ ਨਿਧ ਮੋਰੀ ਰਹਾਓ। हे ਵਾਹਿਗੁਰੂ, ਤੂੰ ਮੇਰੇ ਤੇ ਤਰਸ ਕਰੇ, ਮੇਰੇ ਤੇ ਕਿਰਪਾ ਕਰੇ, ਤੇ ਆਹ ਦਾਤ ਮੇਰੀ ਝੋਲੀ 'ਚ ਪਾ।
ਤੇ ਮੈਨੂੰ ਅਮੀਰ ਬਣਾ, ਮੈਨੂੰ ਅਮੀਰੀ ਬਖਸ਼। ਅਮੀਰੀ, ਹੁਣ ਜਦੋਂ ਆਹ ਅਮੀਰੀ ਸ਼ਬਦ ਆਉਂਦਾ ਨਾ, ਅਮੀਰ, ਇਹ ਕਹਿ ਆ ਬੰਦਾ ਬੜਾ ਅਮੀਰ ਹੈ, ਉਹਦੇ ਅਰਥ ਆਪਾਂ ਨੂੰ ਸਭ ਨੂੰ ਪਤਾ ਵੀ ਇਹਦਾ ਅਰਥ ਕੀ ਹੋਏਗਾ। ਇਹਦਾ ਘਰ ਬੜਾ ਵੱਡਾ ਹੋਣਾ ਹੈ, ਇਹ ਬੜੀਆਂ ਫੈਕਟਰੀਆਂ ਦਾ ਮਾਲਕ ਹੋਣਾ ਹੈ, ਇਹਦੇ ਕੋਲ ਨੌਕਰ ਚਾਕਰ ਬੜੇ ਹੋਣੇ ਹੈ, ਇਹਦੇ ਕੋਲ ਪੈਸਾ ਬੜਾ ਹੋਣਾ। ਤੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬਹਿ ਕੇ ਕਿਸੇ ਨੂੰ ਆਖੀਏ ਵੀ ਇਹ ਬੜਾ ਅਮੀਰ ਹੈ, ਉਹਦੇ ਅਰਥ ਇਹ ਨਹੀਂ ਹੁੰਦੇ। ਉਹਦਾ ਅਰਥ ਇਹ ਬਣੇਗਾ ਬੜਾ ਅਮੀਰ ਹੈ, ਇਹ ਨਿਤਨੇਮੀ ਬੜਾ, ਇਹ ਬੜਾ ਅਮੀਰ ਹੈ ਕਿ ਇਹਦੀ ਨਿੰਦਿਆ ਨਹੀਂ ਕਰਦਾ, ਇਹ ਬੜਾ ਅਮੀਰ ਹੈ, ਸਿਮਰਨ ਬਹੁਤ ਕਰਦਾ ਹੈ, ਇਹਨੂੰ ਗੁਰੂ ਨੇ ਬੜੀ ਅਮੀਰੀ ਦਿੱਤੀ ਹੈ, ਸੇਵਾ ਬੜੀ ਕਰਦਾ, ਇਹਨੂੰ ਗੁਰੂ ਨੇ ਅਮੀਰੀ ਦਿੱਤੀ ਹੈ, ਚੰਗੇ ਗੁਣ ਗ੍ਰਹਿਣ ਕਰਦਾ, ਅਵਗੁਣ ਤਿਆਗਦਾ ਹੈ, ਇਹ ਅਮੀਰੀ। ਨਿਧ, ਨਿਧਾਨ, ਨਿਧਾਨ ਮਾਨੇ ਖਜ਼ਾਨਾ। ਸਤਿਗੁਰੂ ਮੈਨੂੰ ਆਹ ਖਜ਼ਾਨਾ ਦੇ, ਆਹ ਖਜ਼ਾਨਾ ਦੇ। ਹੁਣ ਆਪਾਂ ਕਿਹੜਾ ਮੰਗਦੇ ਹਾਂ? ਦੇਖੋ ਦਿਸ਼ਾ ਕਿੱਦਾਂ ਬਦਲਣੀ ਹੈ। ਹੁਣ ਮੰਗਦੇ ਜੀ ਕਮਾਈ ਵਿੱਚ ਬਰਕਤ ਪਾ। ਕਿਹੜੀ ਕਮਾਈ 'ਚ? ਜਿਹੜੇ ਰੋਜ਼ ਪੈਸੇ ਕਮਾਉਂਦੇ ਉਹਦੇ 'ਚ ਬਰਕਤ ਪਾ, ਵੀ ਉਹ ਵੱਧ ਜਾਏ। ਆਪਾਂ ਕਿੰਨੀ ਕੁ ਵਾਰੀ ਅਰਦਾਸ ਕੀਤੀ, ਮਹਾਰਾਜ ਸਾਡੀ ਧਰਮ ਦੀ ਕਮਾਈ 'ਚ ਬਰਕਤ ਪਾ ਕੇ ਸਾਡਾ ਨਿਤਨੇਮ ਵੱਧ ਜੇ, ਸਾਡਾ ਸਿਮਰਨ ਵੱਧ ਜੇ, ਗੁਰੂ ਘਰ ਵਿੱਚ ਆਉਣਾ ਵੱਧ ਜੇ, ਸੰਗਤ ਵਿੱਚ ਬੈਠਣ ਦਾ ਸਮਾਂ ਵੱਧ ਜੇ। ਇਹ ਬਰਕਤ ਪਾ, ਇਹ ਬਰਕਤ ਪਾ ਮਹਾਰਾਜ, ਇਹ ਵੱਧ ਜੇ। ਸਾਡੀ ਜ਼ਬਾਨ ਤੋਂ ਗੁਰੂ ਗੁਰੂ ਕਹਿਣਾ, ਇਹ ਬਰਕਤ ਪਾ, ਜ਼ਬਾਨ ਵਿੱਚ ਬਰਕਤ ਦੇ ਕਿ ਜ਼ਬਾਨ ਨੂੰ ਗੁਰੂ ਗੁਰੂ ਕਹਿਣਾ ਵਧਾਵੇ। ਕੰਨਾਂ ਨੂੰ ਬਰਕਤ ਦੇ, ਮਹਾਰਾਜ ਕੰਨ ਗੁਰੂ ਦਾ ਸ਼ਬਦ ਸੁਣ ਤੇ ਤ੍ਰਿਪਤ ਹੋਣ। ਪਰ ਆਪਾਂ ਤੇ ਹੋਰ ਹੋਰ ਬਰਕਤਾਂ ਵੱਲ ਜੁੜਿਆ। ਮੈਨੂੰ ਵੀ ਦੇ, ਮੇਰੇ ਭਤੀਜੇ ਨੂੰ ਵੀ ਦੇ, ਮੇਰੇ ਚਾਚੇ ਨੂੰ ਵੀ ਦੇ, ਮੇਰੇ ਫੁੱਫੜ ਨੂੰ ਵੀ ਦੇ, ਉਹਦੀ ਵੀ ਬਰਕਤ ਪਾ, ਉਹਦੇ ਵੀ ਪਾ, ਉਹਦੇ ਵੀ ਪਾ, ਉਹਦੇ ਵੀ ਪਾ। ਆਪਣੇ ਦਾ ਤੇ ਆ ਹੁੰਦਾ। ਕਿਤੇ ਆਪਾਂ ਤੀਰਥ ਸਥਾਨ ਨੂੰ ਅੰਮ੍ਰਿਤਸਰ ਸਾਹਿਬ ਜਾਂਦੇ ਹੀ ਆ ਨਾ, ਤੁਸੀਂ ਸਾਰੇ ਜਾਂਦੇ ਆ। ਹਜ਼ੂਰ ਸਾਹਿਬ ਜਾਓ, ਪਟਨਾ ਸਾਹਿਬ ਜਾਓ, ਅਨੰਦਪੁਰ ਸਾਹਿਬ ਜਾਓ, ਅੰਮ੍ਰਿਤਸਰ ਸਾਹਿਬ ਜਾਓ, ਤੇ ਕਿਸੇ ਨੂੰ ਪਤਾ ਲੱਗਦਾ ਕਿੱਥੇ ਚੱਲਿਓ ਅੰਮ੍ਰਿਤਸਰ ਸਾਹਿਬ, ਉਹ ਦੋ ਚਾਰ ਚੀਜ਼ਾਂ ਆਪਣੀਆਂ ਵੀ ਤੁਹਾਨੂੰ ਦੇ ਦਿੰਦਾ, ਮੇਰੇ ਲਈ ਵੀ ਅਰਦਾਸ ਕਰਾਂ ਵੀ। ਤੇ ਉਹ ਅਰਦਾਸ ਕੀ ਹੁੰਦੀ ਹੈ? ਗੌਰ ਕਰਿਓ ਕੀ ਹੁੰਦੀ ਹੈ। ਮੁੰਡਾ ਪਾਸ ਹੋ ਜਾਏਗਾ, ਇੱਦਾਂ ਹੋ ਜਾਏਗਾ, ਉੱਦਾਂ ਹੋ ਜਾਏਗਾ। ਹੁਣ ਮਹਾਰਾਜ ਨੇ ਕੀ ਕਿਹਾ? ਅਸੀਂ ਕਿਹਾ ਬਰਕਤ ਪਾ। ਕਿਹ 'ਚ ਬਰਕਤ ਪਾ? ਕਮਾਈ 'ਚ ਬਰਕਤ ਪਾ, ਪੈਸੇ 'ਚ ਬਰਕਤ ਪਾ, ਮੇਰਾ ਪੈਸਾ ਵਧੇ। ਹੁਣ ਗੁਰੂ ਅਰਜਨ ਦੇਵ ਮਹਾਰਾਜ ਨੇ ਉੱਥੇ ਫੇਰ ਬੋਲਣਾ। ਉਹ ਕਹਿੰਦਾ ਗੱਲ ਸੁਣ, ਕਿਹੜੇ ਪੈਸੇ 'ਚ ਬਰਕਤ ਪਾ? ਮਹਾਰਾਜ ਮੇਰੀ ਦੁਕਾਨ 'ਚ ਪਾ, ਮੇਰੇ ਧੰਦੇ 'ਚ ਪਾ। ਮਹਾਰਾਜ ਕਹਿੰਦੇ ਫਿਰ ਕੀ ਹੋਏਗਾ? ਮੇਰਾ ਹੱਥ ਸੌਖਾ ਹੋ ਜਾਏਗਾ। ਮਹਾਰਾਜ ਕਹਿੰਦੇ ਅੱਜ ਤੱਕ ਨਹੀਂ ਹੋਇਆ ਕਿਸੇ ਦਾ, ਤੂੰ ਕਾਹਦਾ ਵਿਚਾਰਾ? ਮਹਾਰਾਜ ਕਿੱਦਾਂ ਨਹੀਂ ਹੋਇਆ? ਤੇ ਸਾਹਿਬ ਕਹਿੰਦੇ ਨੇ ਸਹਿਸ ਖੱਟੈ ਲੱਖ ਕੋ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਮੈਂ ਪਿਛਲੀ ਵਾਰ ਵੀ ਇਹ ਬੇਨਤੀ ਕੀਤੀ ਸੀ ਕਿ ਪੈਸਾ, ਦੁਨਿਆਵੀ ਅਮੀਰੀ ਹੋਣਾ ਇੱਕ ਵੱਖਰਾ ਵਿਸ਼ਾ ਹੈ, ਬੰਦੇ ਦਾ ਸੁਖੀ ਹੋਣਾ ਇੱਕ ਵੱਖਰਾ ਵਿਸ਼ਾ ਹੈ। ਇਹਨਾਂ ਦੋਹਾਂ ਚੀਜ਼ਾਂ ਦਾ ਕੋਈ ਮੇਲ ਨਹੀਂ ਜੇ। ਇਹ ਕੋਈ ਦਾਅਵਾ ਨਹੀਂ ਕਿ ਦੁਨਿਆਵੀ ਪੈਸੇ ਵੱਲੋਂ ਬਹੁਤ ਅਮੀਰ ਬੰਦਾ ਸੁਖੀ ਹੋਏਗਾ, ਔਰ ਕੋਈ ਦਾਅਵਾ ਨਹੀਂ ਕਰ ਸਕਦਾ ਕਿ ਜਿਹਦੇ ਪੱਲੇ ਦੋ ਵੇਲੇ ਦੀ ਰੋਟੀ ਨਹੀਂ, ਉਹ ਬੰਦਾ ਦੁਖੀ ਹੋ ਸਕਦਾ ਹੈ। ਪੈਸੇ ਨਾਲ ਸੁੱਖ ਦਾ ਰਿਸ਼ਤਾ ਸੰਬੰਧ ਨਹੀਂ ਹੈ। ਤੇ ਮਹਾਰਾਜ ਤੁਹਾਨੂੰ ਸੁਖੀ ਕਰਨਾ ਚਾਹੁੰਦੇ ਆ, ਸੁਖੀ ਕਰਨਾ ਚਾਹੁੰਦੇ ਆ। इन गरीब सिखन को देहों पातशाही, ये याद करें हमारी गुरियाई। गुरु अपने सिख नूं सुखी करना चाहुंदा। दोनों च फर्क समझ लेना कि तुसी अपने बच्चे नूं सुखी वेखना चाहुंदे हो कि तुसी अपने बच्चे कोल पैसा बहुत वेखना चाहुंदे हो। ये निर्णय करियो और तुसी इत्थे कन्फ्यूज हो जाओगे कि असी ते सुख नूं पैसे दे परछावें विच वेखिया कि जिहड़ा सुख है पैसे का परछावा है, जिते पैसा होएगा सुख आएगा ही आएगा, और ये नहीं है। तो जे ये होवे तो मारे कहते बड़े बड़े जो दिस है लोग तिनको व्यापे चिंता रोग, कौन वड्डा माया वड्याई, सो वड्डा जिन राम लिवलाई। वेखते हैं ना वड्डे वड्डे महलों च नींद दियां गोलियां खा के लोग सौंदे ने, ते फुटपाथ ते पए हुए
ਉਹ ਇੰਨੇ ਬੇਸੁੱਧ ਹੁੰਦੇ ਨੇ, ਬਿਨਾਂ ਕਿਸੇ ਗੱਲ ਤੋਂ ਲਾਗੋਂ ਦੀ ਗੱਡੀਆਂ ਨਿਕਲਦੀਆਂ ਤਾਂ ਨਹੀਂ ਪਤਾ ਕੌਣ ਹੈ ਚਿੰਤਾ ਚੋ ਕਿਉਂ। ਬੱਚੇ ਨੂੰ ਆਪਣੇ ਨੂੰ ਕੀ ਦੇਣਾ ਚਾਹੁੰਦੇ ਆ, ਪੈਸਾ ਕਿ ਸੁੱਖ। ਜੋ ਤੁਸੀਂ ਵੇਖੋਗੇ ਤੇ ਇੱਕ ਵਾਰੀ ਅੰਦਰ ਡਰੇਗਾ ਵੀ ਕਿ ਜੇ ਮੈਂ ਆਖਾਂ ਵੀ ਪੈਸਾ ਨਹੀਂ ਦੇਣਾ ਤੇ ਨਿਆਣਾ ਪੈਸੇ ਤੋਂ ਬਿਨਾਂ ਕਰੇਗਾ ਕੀ, ਕਿੱਥੇ ਜਾਏਗਾ ਵਿਚਾਰਾ, ਕੀ ਕਰੇਗਾ। ਆਪਾਂ ਸਾਰਿਆਂ ਨੇ ਤੇ ਇਸ ਗੱਲ ਤੇ ਲੱਕ ਬੱਧਾ ਵੀ ਆਪਾਂ ਆਪਣੇ ਬਚਪਨੇ 'ਚ, ਆਪਾਂ ਆਪਣੀ ਜ਼ਿੰਦਗੀ 'ਚ ਜਿਹੜੇ ਦੁੱਖ ਵੇਖੇ ਨੇ, ਮੇਰੀ ਔਲਾਦ ਨੂੰ ਅੱਗੇ ਉਹ ਦੁੱਖ ਵੇਖਣੇ ਨਾ ਪੈਣ, ਆਪਾਂ ਤੇ ਲੱਕ ਬੱਧਾ ਨਾ। ਇਸ ਲਈ ਰਾਤ ਦਿਨ ਕਰਕੇ ਜੋੜ ਜੋੜ ਕੇ ਦੇ ਰਿਹਾ, ਲੈ ਮੇਰਾ ਪੁੱਤ, ਲੈ ਮੇਰਾ ਪੁੱਤ, ਮੇਰੇ ਕੋਲ ਸਾਈਕਲ ਨਹੀਂ ਸੀ ਤੂੰ ਮੋਟਰਸਾਈਕਲ ਲੈ, ਮੇਰੇ ਕੋਲ ਸਕੂਟਰ ਨਹੀਂ ਸੀ ਤੂੰ ਕਾਰ ਲੈ। ਇਹ ਸੋਚ ਹੈ ਨਾ ਆਪਣੀ ਸਾਰਿਆਂ ਦੀ ਦੁਨਿਆਵੀ ਤੌਰ ਤੇ। ਔਰ ਗੁਰੂ ਪਾਤਸ਼ਾਹ ਜੀ ਕੁਝ ਹੋਰ ਕਹਿ ਰਹੇ ਨੇ। ਮਹਾਰਾਜ ਜੀ ਕਹਿੰਦੇ ਨੇ ਗੁਣ ਕੀਰਤ ਨਿਧ ਮੂਰੀ। ਗੁਰੂ ਕੋਲ ਆ ਕੇ ਤਰਲਾ ਨਹੀਂ, ਅਰਦਾਸ ਕਰੀ, ਮੰਗ ਮੰਗੀ, ਝੋਲੀ ਅੱਡੀ, ਮਿੰਨਤ ਕਰੀ, ਕਰ ਮਿੰਨਤ ਕਰ ਜੋਦੜੀ। ਤਰਲੇ ਲਈ ਇੱਥੇ ਜੋਦੜੀ ਕਰੀ, ਹੱਥ ਜੋੜੀ, ਨੱਕ ਰਗੜੀ, ਮਹਾਰਾਜ ਮੈਨੂੰ ਆ ਅਮੀਰੀ ਦਿਓ। ਕਿਹੜੀ ਅਮੀਰੀ? ਗੁਣ ਕੀਰਤ। ਤੇਰੀ ਮੈਂ ਗੁਣਾਂ ਦੀ ਕੀਰਤੀ ਸਦੀਵ ਕਰਦਾ ਰਵਾਂ। ਆਪਾਂ ਦੁਨੀਆ 'ਚ ਕੀਰਤੀ ਕਰਦੇ ਹਾਂ ਨਾ, ਔਗੁਣਾਂ ਨੂੰ ਗੁਣਾਂ 'ਚ ਬਦਲ ਕੇ ਉਹਦੀ ਤਾਰੀਫ ਕਰਦੇ ਹਾਂ। ਅਸੀਂ ਵੀ ਕਰਦੇ ਹਾਂ, ਇਹ ਪਾਪ ਸਭ ਤੋਂ ਵੱਧ ਅਸੀਂ ਕਰਦੇ ਹਾਂ। ਅਸੀਂ ਕਿੱਦਾਂ ਕਰਦੇ ਹਾਂ? ਕਿਉਂਕਿ ਇਹ ਅਰਦਾਸ ਵੇਲੇ ਹੱਥ ਵਿੱਚ ਆ ਲਿਫਾਫਾ ਵੇਖਣਾ, ਜਿਹੋ ਜਿਹਾ ਲਿਫਾਫਾ ਹੋਏਗਾ ਉਹ ਜਿਹੀ ਅਸੀਂ ਬੰਦੇ ਨੂੰ ਡਿਗਰੀ ਦੇਣੀ ਹੈ। ਅਸੀਂ ਤਾਂ ਨੋਟ ਵੇਖ ਕੇ ਉਹਨੂੰ ਗੁਰਮੁਖ ਬਣਾ ਦੇਣਾ, ਨੋਟ ਵੇਖ ਕੇ ਉਹਨੂੰ ਮਨਮੁਖ ਬਣਾ ਦੇਣਾ। ਅਸੀਂ ਇਹ ਕਰ ਦੇਣਾ। ਅਸੀਂ ਵੀ ਪਾਪ ਕਰਦੇ ਹਾਂ, ਜਾਣਦੇ ਹੋਇਆ ਵੀ ਕਰਦੇ ਹਾਂ। ਸਾਰੀ ਉਮਰ ਬੰਦਾ ਸ਼ਰਾਬ ਦਾ ਠੇਕਾ ਨਹੀਂ ਛੱਡਦਾ ਤੇ ਅਸੀਂ ਅਰਦਾਸ ਕਰਨੀ, ਸੱਚੇ ਪਾਤਸ਼ਾਹ ਗੁਰਮੁਖ ਜਨਮ ਸਵਾਰ, ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ, ਸੱਚਾ ਪਿੰਡ ਮੱਲਿਆ। ਮਹਾਰਾਜੇ ਆ ਰਿਹਾ ਜੇ ਤੇ ਆਪਣੇ ਚਰਨਾਂ 'ਚ ਸਦੀਵ ਕਾਲ ਨਿਵਾਸ ਦੇਣਾ। ਸਦੀਵ ਕਾਲ ਸਮਝਦੇ ਨਾ, ਲਾਈਫ ਟਾਈਮ, ਮਤਲਬ ਕੋਈ ਸੀਮਾ ਹੀ ਨਹੀਂ, 10 ਸਾਲ 20 ਸਾਲ 50 ਸਾਲ ਨਹੀਂ। ਹੁਣ ਮੈਨੂੰ ਇਹ ਜ਼ਰੂਰਤ ਕੀ ਪਈ ਇਹ ਕੁਝ ਕਹਿਣ ਦੀ? ਮੇਰੇ ਇਸ ਤਰ੍ਹਾਂ ਦੇ ਕਹਿਣ ਨਾਲ ਕੁਝ ਵੀ ਨਹੀਂ ਹੋਣਾ, ਹੋਣਾ ਉਹਦੇ ਕਰਮਾਂ ਦਾ ਹਿਸਾਬ ਹੈ। ਔਰ ਮੇਰੀ ਇਹਨਾਂ ਸ਼ਬਦਾਂ ਦਾ ਉਸ ਰੂਹ ਨਾਲ ਕੋਈ ਸੰਬੰਧ ਵੀ ਨਹੀਂ। ਮੇਰਾ ਸੰਬੰਧ ਤੇ ਉਹਦੇ ਨਾਲ ਹੈ ਨਾ ਜਿਹਨੇ ਮੈਨੂੰ ਲਿਫਾਫਾ ਦਿੱਤਾ। ਇਹ ਤਾਂ ਮੈਂ ਉਹਨੂੰ ਸੁਣਾ ਰਿਹਾ, ਤੂੰ ਤੇ ਖੁਸ਼ ਹੋ। ਤੇਰੇ ਬਾਪੂ ਲਈ ਮੈਂ ਆ ਕਿਹਾ, ਤੂੰ ਤੇ ਖੁਸ਼ ਹੋ। ਔਰ ਉਹ ਵੀ ਖੁਸ਼ ਹੋ ਗਿਆ ਕਿ ਮੈਂ ਇਹਦੇ ਹੱਥ 'ਚ ਕੁਝ ਦਿੱਤਾ, ਇਹਨੇ ਮੇਰੇ ਬਾਪੂ ਲਈ ਆ ਕੁਝ ਕਿਹਾ। ਫਿਰ ਪਿੱਛੇ ਗੁਰਮੁਖ ਪਰਿਵਾਰ, ਸੇਵਕ ਪਰਿਵਾਰ, ਕੀ ਕੁਝ ਆਪਾਂ ਕਹਿੰਦੇ ਹਾਂ। ਅਵਗੁਣਾਂ ਨੂੰ ਗੁਣਾਂ ਵਿੱਚ ਬਦਲ ਕੇ ਆਪਣੇ ਨਿੱਜੀ ਸਵਾਰਥਾਂ ਵਾਸਤੇ। ਹੁਣ ਇੱਥੇ ਮੇਰਾ ਨਿੱਜੀ ਸਵਾਰਥ ਕੀ ਹੈ? ਇੱਥੇ ਮੇਰਾ ਨਿੱਜੀ ਸਵਾਰਥ ਜੇ ਮੈਂ ਆ ਨਾ ਆਖਾਂ ਤੂੰ ਦਿੰਦਾ ਕੁਝ ਨਹੀਂ, ਜੇ ਮੈਂ ਉਹਨੂੰ ਗੁਰਮੁਖ ਨਾ ਬਣਾਵਾਂ ਉਹ ਦਿੰਦਾ ਕੁਝ ਨਹੀਂ। ਜਿਹੜਾ ਆਏਗਾ ਮੇਰੇ ਕੋਲ ਬੈਠੇਗਾ 150 ਦੇਗਾ ਤੇ ਮੈਨੂੰ ਗੁਰਮੁਖ ਆਖਣੀ ਤੁਸੀਂ ਬੜੇ ਚੰਗੇ ਹੋ, ਬੜੀ ਤੁਹਾਡੇ ਤੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ, ਬੜੀ ਰਹਿਮਤ ਹੈ। ਉਹਨੂੰ ਜੇ ਮੈਂ ਆਖਦਾ ਵੀ ਤੇਰੀ ਆ ਮਾੜੀ ਗੱਲ ਹੀ, ਤੂੰ ਰਾਤ ਸ਼ਰਾਬ ਪੀ ਕੇ ਸੌਣਾ, ਤੇ ਉਹ ਮੈਨੂੰ ਦੇਗਾ 20 ਰੁਪਈਏ? ਦੱਸੋ ਉਹ ਕਿੱਥੋਂ ਦੇਗਾ? ਉਹਨੂੰ ਮੈਂ ਆਖਾਂ ਵੀ ਤੂੰ ਸ਼ਰਾਬ ਛੱਡ ਦੇ, ਤੂੰ ਨਸ਼ੇ ਕਰਦਾ ਆ ਛੱਡ ਦੇ, ਮੈਨੂੰ ਬੜਿਆਂ ਤੋਂ ਪਤਾ ਲੱਗਾ ਤੂੰ ਇੱਥੇ ਤੇ ਗੁਰਮੁਖ ਬਣਦਾ, ਲੋਕਾਂ ਦੇ ਪੈਸੇ ਮਾਰ ਜਾਣਾ ਤੂੰ, ਬੇਈਮਾਨੀਆਂ ਕਰਦਾ, ਉਹ ਮੈਨੂੰ 20 ਰੁਪਈਏ ਦੇਗਾ? ਦੱਸ ਦੇਗਾ? ਦੱਸੋ। 4 ਲੋਕਾਂ ਕੋਲ ਮੇਰੀ ਬਦਨਾਮੀ ਕਰੇਗਾ ਤੇ ਮੇਰਾ ਨੁਕਸਾਨ ਨਹੀਂ। ਇਹ ਤੋਂ ਚੰਗਾ ਕੀ ਹੈ? ਇਹ ਤੋਂ ਚੰਗਾ ਫਿਰ ਇਹ ਹੈ ਵੀ ਉਹਦੇ ਅਵਗੁਣਾਂ ਨੂੰ ਗੁਣਾਂ ਵਿੱਚ ਬਦਲ ਕੇ ਉਹਦੀ ਤਾਰੀਫ ਕਰੋ। ਸਿਰੇ ਦਾ ਚੋਰ ਤੇ ਮੈਂ ਖੜਾ ਬੰਦਾ ਬੜਾ ਧਰਮੀ ਹੈ, ਉਹ ਨਸ਼ੇੜੀ ਹੈ, ਸ਼ਰਾਬ ਤੋਂ ਬਿਨਾਂ ਨਹੀਂ ਟਿਕਦਾ। ਮੈਂ ਖੜਾ ਬੜੀ ਸਤਿਗੁਰੂ ਦੀ ਕਿਰਪਾ ਹੈ, ਬੜਾ ਨਾਮ ਜਪਣ ਵਾਲਾ ਹੈ। ਕਿਉਂ? ਮੇਰਾ ਉਹਦੇ ਨਾਲ ਕੋਈ ਮਤਲਬ ਨਹੀਂ, ਉਹ ਜਪਦਾ ਨਹੀਂ ਜਪਦਾ, ਉਹ ਕੀ ਕਰਦਾ ਕੀ ਨਹੀਂ ਕਰਦਾ। ਮੇਰਾ ਮਤਲਬ ਤੇ ਇਸੇ ਨਾ ਕਿ ਉਹ ਮੈਨੂੰ ਕੀ ਦੇ ਰਿਹਾ ਹੈ। ਇਹ ਤੁਹਾਡਾ ਮੇਰਾ ਆਪਣਾ ਸਾਰਿਆਂ ਦਾ ਸੁਭਾਅ ਹੈ। ਤੁਹਾਡਾ ਵੀ ਜਿਹੜਾ ਤੁਹਾਡਾ ਕਸਟਮਰ ਹੋਏਗਾ, ਤੁਹਾਡੇ ਕੋਲ ਆਉਂਦਾ, ਤੁਹਾਡੇ ਕੋਲ ਕੱਪੜਾ ਖਰੀਦਦਾ, ਤੁਹਾਡੀ ਦੁਕਾਨ ਤੋਂ ਸਮਾਨ ਖਰੀਦਦਾ, ਲੱਖੋਂ ਮਾੜਾ ਹੋਵੇ, ਤੁਸੀਂ ਆਖੋਗੇ ਕਦੀ ਉਹਨੂੰ ਮਾੜਾ? ਤੁਸੀਂ ਤਾਂ ਉਹਦੀ ਤਾਰੀਫ ਕਰੋਗੇ। 4 ਲੋਕ ਹੋਰ ਤੁਹਾਡੀ ਦੁਕਾਨ ਤੇ ਆ ਕੇ ਉਹਦੀ ਨਿੰਦਿਆ ਕਰਕੇ ਜਾਣਗੇ, ਉਹ ਫਲਾਣਾ ਵੀ ਤੇਰੇ ਕੋਲ ਆਉਂਦਾ ਨਾ ਬੜਾ ਭੈੜਾ, ਤੇ ਤੁਸੀਂ ਉਹਨੂੰ ਨਹੀਂ ਦੱਸੋਗੇ
ਕਿ 4 ਆਏ ਸੀ ਤੈਨੂੰ ਮਾੜਾ ਕਹਿ ਕੇ ਗਏ ਸੀ। ਤੁਸੀਂ ਆਖੋਗੇ ਵੀ ਜਿਹੜਾ ਵੀ ਆਉਂਦਾ ਨਾ ਵੀਰ ਜੀ ਤੁਹਾਡੀ ਬੜੀ ਤਾਰੀਫ ਕਰਦਾ, ਬੜੀ ਕਿਰਪਾ ਤੁਹਾਡੇ ਉੱਤੇ। ਤੁਸੀਂ ਉਹਨੂੰ ਕਿਹਾ ਨਹੀਂ ਤੇ ਅਗਲੀ ਵਾਰ ਦੁਕਾਨ ਤੇ ਵੜੇਗਾ। ਅਸੀਂ ਆਹ ਕੁਝ ਕਰਦੇ ਹਾਂ। ਇਹ ਜ਼ਿੰਦਗੀ ਦੀ ਹਕੀਕਤ ਹੈ ਸਾਡੀ। ਇਹ ਅੱਜ ਸਮਝ ਲਈਏ, ਕੱਲ੍ਹ ਸਮਝ ਲਈਏ, ਪਰਸੋਂ ਸਮਝ ਲਈਏ। ਜਿੱਦਣ ਸਮਝਾਂਗੇ ਕੁਝ ਪੱਲੇ ਪਏਗਾ, ਨਾ ਸਮਝੋ ਤੇ ਆਪਾਂ ਸਾਰੇ ਜਣੇ ਉਹ ਆਪਣਾ ਕੋਲੂ ਦੇ ਬੈਲ ਵਾਂਗੂ ਤੁਰੇ ਰਹੋ। ਜਿੱਥੇ ਜਾ ਕੇ ਅੱਖਾਂ ਖੁੱਲਣਗੀਆਂ ਵੇਖਾਂਗੇ ਕੁਝ ਵੀ ਨਹੀਂ, ਹੱਥ ਮਲਦੇ ਰਵਾਂਗੇ, ਅਖੀਰ ਤੇ ਕੁਝ ਵੀ ਪੱਲੇ ਨਹੀਂ ਪਿਆ। ਗੁਣ ਕੀਰਤ, ਰੱਬ ਦੇ ਗੁਣਾਂ ਦੀ ਕੀਰਤੀ। ਮਹਾਰਾਜ ਤੂੰ ਦਿਆਲੂ ਹੈ, ਕਿਰਪਾਲੂ ਹੈ। ਮਸਕੀਨ ਸਾਹਿਬ ਜੀ ਜ਼ਿਕਰ ਕਰਦੇ ਸੀ ਨਾ, ਉਹਨਾਂ ਨੇ ਜਾਪ ਸਾਹਿਬ ਨੂੰ ਵਿਚਾਰਿਆ ਤੇ ਕਿਹਾ ਵੀ ਤੁਸੀਂ ਹੋਰ ਕੁਝ ਵੀ ਨਹੀਂ ਕਰਨਾ, ਕੇਵਲ ਇੱਕ ਜਾਪ ਸਾਹਿਬ ਦਾ ਪਾਠ ਕਰ ਲਓ। 200 ਵਾਰੀ ਜਾਪ ਸਾਹਿਬ 'ਚ ਰੱਬ ਦਾ ਨਾਮ ਲੈ ਕੇ ਤੇ ਉਹਨੂੰ ਨਮਸਕਾਰ ਹੋ ਜਾਂਦੀ ਹੈ। ਉਹ ਨਮਸਕਾਰ ਕਿਹਨੂੰ ਹੈ? ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ। ਤੈਨੂੰ ਨਮਸਕਾਰ ਹੈ ਮੇਰੇ ਵਾਹਿਗੁਰੂ, ਤੂੰ 2 ਸਮਿਆਂ ਦਾ ਨਾਸ ਕਰਦਾ। 2 ਕਾਲੰ ਕਿਹੜਾ? ਜੰਮਣ ਦਾ ਤੇ ਮਰਨ ਦਾ। ਪ੍ਰਣਾਸੀ ਖਤਮ ਕਰਦਾ। ਤੈਨੂੰ ਨਮਸਕਾਰ ਹੈ। ਦਿਆਲੰ ਸਰੂਪੇ, ਤੂੰ ਸਦੀਵ ਦਿਆਲੂ ਹੈ। ਤੂੰ ਕਿਸੇ ਤੇ ਖਿੱਚਦਾ ਨਹੀਂ, ਕਿਸੇ ਤੇ ਗੁੱਸੇ ਨਹੀਂ ਹੁੰਦਾ, ਕਿਸੇ ਨੂੰ ਧੱਕੇ ਨਹੀਂ ਮਾਰਦਾ। ਸਦੀਵ ਦਿਆਲੂ ਹੈ। ਜਿਹੜਾ ਆਵੇ ਉਹਨੂੰ ਗੱਲ ਵਕੜੀ ਵਿੱਚ ਲੈ ਲੈਣਾ ਹੈ, ਗੱਲ ਵਕੜੀ ਵਿੱਚ ਲੈ ਲੈਣਾ। ਤੂੰ ਅਵਗੁਣ ਵੇਖ ਕੇ ਵੀ ਕਿਸੇ ਨੂੰ ਨਹੀਂ ਆਖਦਾ ਜਾ। ਜਿੰਨੇ ਕਿਸੇ 'ਚ ਜ਼ਿਆਦਾ ਅਵਗੁਣ ਹੋਣਗੇ ਉਹਨਾਂ ਉਹਨੂੰ ਨੇੜੇ ਬਿਠਾ ਕੇ ਉਹਦੇ ਅਵਗੁਣ ਦੂਰ ਕਰਦਾ। ਸਦੀਵ ਦਿਆਲੂ ਹੈ। ਤੈਨੂੰ ਨਮਸਕਾਰ। ਗੁਣਾਂ ਦੀ ਕੀਰਤੀ, ਤੇਰੇ ਗੁਣਾਂ ਦੀ ਮੈਂ ਸਦੀਵ ਕੀਰਤੀ ਕਰਾਂ। ਹੁਣ ਕੀਰਤੀ ਤੇ ਆਪਾਂ ਕਰਦੇ ਹੀ ਆ ਨਾ। ਕਿਹਦੀ ਕੀਰਤੀ ਕਰਦੇ ਆ? ਮੇਰਾ ਬੱਚਾ ਬੜਾ ਚੰਗਾ ਜੀ, ਉਹ ਪੜ੍ਹਾਈ 'ਚ ਬੜਾ ਵਧੀਆ ਜੀ, ਮੇਰੀ ਬੇਟੀ ਉਹ ਅਮਰੀਕਾ ਹੈ ਜੀ, ਮੇਰਾ ਚਾਚਾ। ਕੀਰਤੀ ਤਾਂ ਕਰਦੇ ਹੀ ਆ, ਸਾਰਾ ਦਿਨ ਕਰਦੇ। ਇਹ ਨਹੀਂ ਕਰਨੀ, ਇਹ ਨਹੀਂ ਕਰਨੀ। ਸੁਖਮਨੀ ਸਾਹਿਬ ਦੀ 6ਵੀਂ ਅਸ਼ਟਪਦੀ ਨੂੰ ਫੜ ਲੈਣਾ। ਜੇ ਪ੍ਰਸਾਦ, ਬਸ ਤੇਰੀ ਕਿਰਪਾ, ਤੇਰੀ ਕਿਰਪਾ। ਕੱਪੜੇ ਪਾਉਣ ਨੂੰ ਮਿਲੇ, ਤੇਰੀ ਕਿਰਪਾ। ਵਾਹਿਗੁਰੂ ਤੂੰ ਦਿੱਤੇ, ਸਤਿਗੁਰੂ ਤੇਰਾ ਸ਼ੁਕਰ, ਤੇਰਾ ਸ਼ੁਕਰ। ਮਹਾਰਾਜ ਤੂੰ ਦਿੱਤੇ। ਛਕਣ ਨੂੰ ਪ੍ਰਸ਼ਾਦਾ ਮਿਲੇ, ਤੂੰ ਕਿਤੇ ਛਕੋ। ਬੱਚਿਆਂ ਨਾਲ ਜਾਣੇ ਬਾਹਰ ਹੋਟਲ 'ਚ ਅੱਜ ਖਾ ਕੇ ਆਉਣਾ, ਜਾਓ ਬੈਠੋ ਤੇ ਉੱਥੇ ਕਿਤੇ ਖਿਆਲ ਆ ਜੇ ਮਹਾਰਾਜ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼। ਮਹਾਰਾਜ ਤੇਰਾ ਸ਼ੁਕਰ, ਤੂੰ ਖਾਣ ਵਾਸਤੇ ਮੈਨੂੰ ਆ ਪਦਾਰਥ ਵੀ ਦਿੱਤੇ, ਨਾਲ ਖੁਸ਼ੀ ਵਾਸਤੇ ਪਰਿਵਾਰ ਵੀ ਦਿੱਤਾ, ਤੇ ਮਹਾਰਾਜ ਇਸ ਭੋਜਨ ਦਾ ਬਿੱਲ ਦੇਣ ਵਾਸਤੇ ਤੂੰ ਜੇਬ 'ਚ ਰੌਣਕ ਵੀ ਬਖਸ਼ੀ। ਮਹਾਰਾਜ ਤੇਰਾ ਸ਼ੁਕਰ। ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਕਰੋ ਹਾਂ ਇੱਦਾਂ ਗੁਣ ਕੀਰਤ ਨਿਧ ਮੋਰੀ, ਕਰੋ ਉਹਦੀ ਉਸਤਤ। ਵਾਹ ਕਸਮ ਤੂੰ ਵਾਹ, ਜਿਨ ਰਚ ਰਚਨਾ ਹਮ ਕੀਏ। ਜੇ ਕੋਈ ਆਖੇ ਨਾ ਤੁਹਾਡੀ ਕਿਸੇ ਵੀ ਗੁਣ ਦੀ ਤਾਰੀਫ ਕਰਦਾ, ਉਹਦਾ ਕ੍ਰੈਡਿਟ ਗੁਰੂ ਵੱਲ ਨੂੰ ਕਰ ਦਿਓ, ਤੇ ਤੁਹਾਨੂੰ ਕੀ ਹੋਏਗਾ? ਉਸ ਤੇ ਚੌਗੁਣ ਕਰੇ ਨਿਹਾਲ। ਕੋਈ ਵੀ ਤੁਹਾਡੇ 'ਚ ਗੁਣ ਹੈ ਤੇ ਤੁਹਾਡੇ ਗੁਣ ਦੀ ਕੋਈ ਤਾਰੀਫ ਕਰਦਾ, ਤੁਹਾਡੇ ਬੱਚੇ ਦੀ, ਪਰਿਵਾਰ ਦੀ, ਕਿਸੇ ਵੀ ਚੀਜ਼। ਤੁਹਾਡੀ ਦੁਕਾਨ ਬੜੀ ਸੋਹਣੀ ਹੈ, ਗੁਰੂ ਤੇਗ ਬਹਾਦਰ ਮਹਾਰਾਜ ਨੇ ਦਿੱਤੀ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦਿੱਤੀ। ਤੁਹਾਡਾ ਘਰ ਬੜਾ ਸੋਹਣਾ ਹੈ। ਮੇਰੇ ਵਰਗੇ ਕਿੰਨੇ ਲੋਕ ਇੱਥੇ ਤੁਰੇ ਫਿਰਦੇ ਨੇ, ਮਿਹਨਤਾਂ ਕਰਦੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਨਾ ਦਿੰਦੇ ਤੇ ਮੈਂ ਕੀ ਕਰਦਾ? ਗੁਰੂ ਤੇਗ ਬਹਾਦਰ ਮਹਾਰਾਜ ਨੇ ਦਿੱਤਾ ਹੈ। ਇਹ ਸੋਹਣੀ ਕਾਇਆ ਸਰੀਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਦਿੱਤਾ ਹੈ। ਜਨਮ ਤੋਂ ਹੀ ਕਈ ਪਿੰਗਲੇ, ਲੂਲੇ, ਨੇਤਰਹੀਨ, ਕਿਸੇ ਦੇ ਕੰਨ ਨਹੀਂ, ਜ਼ੁਬਾਨ ਨਹੀਂ, ਇਹੋ ਜਿਹੇ ਵੀ ਹੁੰਦੇ ਨੇ। ਜੇ ਸਰੀਰ ਦਿੱਤਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਦਿੱਤਾ। ਉਹਦੇ ਗੁਣਾਂ ਦਾ ਜਸ ਕਰਦੇ ਜਾਓ। ਮੇਰਾ ਵਾਹਿਗੁਰੂ ਦਿਆਲੂ ਹੈ, ਮੇਰਾ ਵਾਹਿਗੁਰੂ ਕਿਰਪਾਲੂ ਹੈ, ਮੇਰੇ ਸਤਿਗੁਰੂ ਨੇ ਮੈਨੂੰ ਆਹ ਵੀ ਦਿੱਤਾ। ਮੇਰਾ ਸਤਿਗੁਰੂ ਸਭ ਨੂੰ ਦਿੰਦਾ ਹੈ। ਮੇਰਾ ਸਤਿਗੁਰੂ ਰੋਜੀ ਦੇਣ ਵਾਲਾ ਹੈ, ਮੇਰਾ ਸਤਿਗੁਰੂ ਦਇਆ ਕਰਨ ਵਾਲਾ ਹੈ, ਮੇਰਾ ਸਤਿਗੁਰੂ ਰਹੀਮ ਹੈ, ਮੇਰਾ ਸਤਿਗੁਰੂ ਕਰੀਮ ਹੈ। ਕਰੋ ਉਹਦੀ ਉਸਤਤ, ਉਹਦੀ ਉਸਤਤ। ਗੁਣਾਂ ਦੀ ਕੀਰਤੀ ਕਰਨੀ, ਵਾਰ-ਵਾਰ ਕਰਨੀ, ਵਾਰ-ਵਾਰ ਕਰਨੀ। ਨਿਧ ਮੋਰੀ, ਇਹ ਮੇਰੀ ਦੌਲਤ ਬਣੇ, ਮੇਰਾ ਖਜ਼ਾਨਾ ਬਣੇ, ਹੋਰ ਕੁਝ ਨਹੀਂ। ਸਾਡੇ ਘਰ 'ਚ ਆ ਅਮੀਰੀ ਆਵੇ। ਮੈਂ ਨਾ ਮੇਰੇ ਬੱਚਿਆਂ ਨੂੰ ਮਹਾਰਾਜ ਅਮੀਰੀ ਦੇ, ਆ ਅਮੀਰੀ ਦੇ। ਕੀ
ਉਹ ਗੁਰੂ ਦੀ ਉਸਤਤ ਕਰਨ, ਮੂਲ ਮੰਤਰ ਪੜ੍ਹਨ, ਗੁਰ ਮੰਤਰ ਪੜ੍ਹਨ, ਉਹਨਾਂ ਨੂੰ ਬਾਣੀ ਪੜ੍ਹਨੀ ਆਵੇ, ਉਹਨਾਂ ਨੂੰ ਸ਼ਬਦ ਪੜ੍ਹਨਾ ਆਵੇ, ਉਹ ਗੁਰੂ ਦੀ ਵਡਿਆਈ ਕਰਨ, ਗੁਰੂ ਦੀ ਉਸਤਤ ਕਰਨ। ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ। ਰਹਾਉ ਤੂੰ ਹੀ ਰਸ। ਮੈਂ ਕਿਸ ਭੁਲੇਖੇ ਵਿੱਚ ਆ? ਪਦਾਰਥਾਂ 'ਚੋਂ ਰਸ ਮਿਲਦੇ ਨੇ, ਉੱਥੋਂ ਰਸ ਮਿਲਦਾ, ਉੱਥੋਂ ਰਸ ਮਿਲਦਾ, ਉੱਥੋਂ ਮਿਲਦਾ। ਜਾ ਖਾਓ, ਕੱਲ੍ਹ ਆਹ ਖਾਓ, ਪਰਸੋਂ ਆਹ ਖਾਓ, ਇੱਦਾਂ ਦੇ ਕੱਪੜੇ ਪਾਓ, ਇੱਦਾਂ ਦੇ ਪਦਾਰਥਾਂ ਦੇ ਭੋਗ ਭੋਗੋ, ਇੱਥੇ ਰਸ ਹੈ। ਮਰ ਗਏ। ਸਭ ਤੋਂ ਵੱਡਾ ਰਸ ਵਾਹਿਗੁਰੂ ਦੇ ਨਾਮ ਵਿੱਚ ਹੈ। ਇਹ ਦੁਨਿਆਵੀ ਰਸ ਉਹਦੇ ਸਾਹਮਣੇ ਕੀ ਨੇ? ਜਾ ਕੋ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾ ਹੀ ਲਪਟਾਇਓ। ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤੂਆਣਾ ਸਾਹਿਬ ਵਾਲੇ ਵਾਹਿਗੁਰੂ ਦੀ ਬੰਦਗੀ ਵਿੱਚ ਇੰਨੇ ਲੀਨ ਹੋਏ ਵੀ ਤੀਸਰੇ ਦਿਨ ਜਾ ਕੇ ਨੇਤਰ ਖੁੱਲੇ। ਸੇਵਾਦਾਰ ਆਇਆ, ਥੋੜ੍ਹਾ ਜਿਹਾ ਉਹਨੇ ਕੋਈ ਭੋਜਨ ਪਦਾਰਥ ਤਿਆਰ ਕਰਕੇ ਲਿਆਂਦਾ ਕਿ ਤੁਸੀਂ ਛਕੋ ਜੀ, 3 ਦਿਨ ਹੋ ਗਏ ਨੇ। ਉਹਨਾਂ ਮੂੰਹ 'ਚ ਪਾਇਆ, ਬੜਾ ਸਵਾਦ ਸੀ। ਤੇ ਰਸਨਾ ਤੋਂ ਇੱਕ ਬਚਨ ਨਿਕਲਿਆ, ਮੇਰੇ ਵਾਹਿਗੁਰੂ ਭੋਜਨ ਦੇ ਰੂਪ ਵਿੱਚ ਵੀ ਤੂੰ ਕਿੰਨਾ ਸਵਾਦੀ ਹੈ। ਵਾਹਿਗੁਰੂ ਭੋਜਨ ਦੇ ਰੂਪ ਵਿੱਚ ਵੀ ਤੂੰ ਕਿੰਨਾ ਸਵਾਦੀ ਹੈ, ਕਿੰਨਾ ਸਵਾਦ ਹੈ। ਇਹ ਸਵਾਦ ਭੋਜਨ ਦਾ ਨਹੀਂ, ਸਵਾਦ ਤੇਰਾ ਹੀ ਹੈ, ਤੇਰਾ। ਇਹਨਾਂ ਬਚਨ ਕਿਹਾ, ਦੂਜੀ ਬੁਰਕੀ ਨਾ ਖਾਧੀ ਗਈ, ਫਿਰ ਸਮਾਧੀ ਲੱਗ ਗਈ। ਵਾਹਿਗੁਰੂ ਵਾਹਿਗੁਰੂ ਤੂੰ ਹੀ ਰਸ। ਮੇਰੇ ਸਾਹਿਬ ਜੀ, ਮੈਂ ਸੋਚਦਾ ਵੀ ਦੁਨੀਆ 'ਚ ਇੱਥੇ ਰਸ ਹੈ, ਉੱਥੇ ਰਸ ਹੈ, ਉੱਥੇ ਰਸ ਹੈ, ਬਾਹਰੋਂ ਲੱਭਦਾ। ਮੈਨੂੰ ਤੇ ਤੁਹਾਡੇ ਬਚਨ ਤੋਂ ਪਤਾ ਲੱਗਾ, ਰੱਬ ਦਾ ਨਾਮ ਹੀ ਸਭ ਤੋਂ ਸ੍ਰੇਸ਼ਟ ਰਸ ਹੈ। ਉਹ ਰਸ ਹੈ ਜਿਹੜਾ ਮਨ ਨੂੰ ਇੱਕ ਵਾਰੀ ਤ੍ਰਿਪਤ ਕਰਦਾ ਹੈ, ਫਿਰ ਭੁੱਖ ਨਾ ਲੱਗੇ ਆਏ, ਮੁੜ ਕੇ ਕਦੀ ਭੁੱਖ ਨਹੀਂ ਲੱਗਦੀ। ਤੇ ਬਾਹਰਲੀ ਰਸ, ਕਿਸੇ ਸ਼ਹਿਰ ਦੀ ਕੋਈ ਮਠਿਆਈ ਮਸ਼ਹੂਰ ਹੈ, ਕਿਸੇ ਸ਼ਹਿਰ ਦਾ ਕੁਝ ਮਸ਼ਹੂਰ ਹੈ, ਤੁਸੀਂ ਜਾਂਦੇ ਹੋ, ਖਾਂਦੇ ਹੋ, ਉਹਦਾ ਰਸ ਲੈਂਦੇ ਹੋ, ਫਿਰ ਕੀ ਹੁੰਦਾ? ਫਿਰ ਕੀ ਹੁੰਦਾ? ਤੁਸੀਂ ਆ ਜਾਂਦੇ ਹੋ, ਤੁਹਾਡੀ ਸੁਰਤ ਫਿਰ ਉੱਤੇ, ਕਦੋਂ ਕਿਤੇ ਜਾਵਾਂਗੇ, ਉੱਥੇ ਦੀ ਮਠਿਆਈ ਖਾਵਾਂਗੇ। ਜਿਵੇਂ ਆਪਣੇ ਦਿੱਲੀ ਇੱਥੇ ਆਉਂਦੇ ਨਾ, ਕਈ ਵਾਰੀ ਬਾਹਰੋਂ ਸੰਗਤ ਆਉਂਦੀਆਂ ਨੂੰ ਪੁੱਛੀਏ ਲੰਗਰ ਪ੍ਰਸ਼ਾਦਾ, ਨਹੀਂ ਜੀ ਬੱਚੇ ਆਉਂਦੇ ਸੀ ਹਲਦੀਰਾਮ ਦੇ ਜਾਣਾ ਹੈ, ਆਉਂਦੇ ਨਾ ਦੂਰੋਂ, ਤੇ ਜਦੋਂ ਚਲੇ ਜਾਂਦੇ ਨੇ ਕਿ ਰਸ ਰਹਿੰਦਾ? ਉਹਨਾਂ ਕੋਲ ਨਹੀਂ ਰਹਿੰਦਾ, ਉਹ ਫੇਰ ਆਉਂਦੇ ਨੇ, ਬਾਹਰ ਨਿਕਲੇ ਰਸ ਖਤਮ। ਪਰ ਵਾਹਿਗੁਰੂ ਜੀ ਦੇ ਨਾਮ ਦਾ ਉਹ ਰਸ ਹੈ ਜਿਹੜਾ ਸਦੀਵ ਰਹਿੰਦਾ ਹੈ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਜਿਹਨੇ ਉਹ ਰਸ ਲੈ ਲਿਆ ਤ੍ਰਿਪਤ ਹੋ ਗਿਆ, ਰੱਜ ਗਿਆ, ਹੋਰ ਕੁਝ ਇੱਛਾ ਹੀ ਨਹੀਂ ਰਹੀ ਖਾਣ ਦੀ। ਖਾਣਾ ਤੇ ਇਸ ਲਈ ਨਾ, ਇੱਥੋਂ ਉੱਥੋਂ 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 ਰਸ ਲਈ। ਤੇ ਜਦੋਂ ਰਸ ਵਾਹਿਗੁਰੂ ਦੇ ਨਾਮ 'ਚੋਂ ਆ ਗਿਆ, ਤੇ ਵਾਹਿਗੁਰੂ ਦੇ ਨਾਮ ਦੇ ਰਸ ਦੀ ਬਰਾਬਰੀ ਦੁਨੀਆ ਦਾ ਕੋਈ ਰਸ ਨਹੀਂ ਕਰ ਸਕਦਾ। ਇਹ ਰਸ ਫਿੱਕੇ ਨੇ, ਇਹ ਰਸ ਮਿੱਠਾ। ਤੂੰ ਹੀ ਰਸ, ਤੂੰ ਹੀ ਜਸ। ਵਾਹਿਗੁਰੂ ਮਹਾਰਾਜ, ਮੈਂ ਕਿੰਨੇ ਭੁਲੇਖੇ 'ਚ ਆ, ਕਿੰਨੇ ਭੁਲੇਖੇ 'ਚ। ਮੈਂ ਆਖਦਾ ਵੀ ਲੋਕੀ ਮੇਰਾ ਜਸ ਕਰਨ, ਮੇਰੀ ਤਾਰੀਫ ਕਰਨ, ਮੈਂ ਕਿਸੇ ਦੀ ਕਰਾਂ, ਇਹ ਧਾਰ ਸੁਧਾਰ ਚੱਲਦਾ ਹੈ। ਮੈਂ ਕਿਸੇ ਦੀ ਕਰਾਂ ਤਾਰੀਫ, ਉਹ ਮੇਰੀ ਕਰੇ, ਮੈਂ ਤੇ ਬਾਹਰੋਂ ਜਸ ਲੱਭਦਾ। ਮਹਾਰਾਜ ਨੇ ਕਿਹਾ ਨਹੀਂ ਨਹੀਂ, ਬਾਹਰੋਂ ਕਿਉਂ, ਇੱਧਰ ਆ, ਤੂੰ ਹੀ ਜਸ। ਵਾਹਿਗੁਰੂ ਜੀ ਦਾ ਨਾਮ ਜਪਣਾ ਹੀ ਮੇਰਾ ਜਸ ਹੈ, ਮੇਰੀ ਸ਼ੋਭਾ ਹੈ, ਵਡਿਆਈ ਹੈ। ਤੂੰ ਹੀ ਰੂਪ। ਮੈਂ ਆਪਣਾ ਰੂਪ ਦੂਸਰਿਆਂ ਨੂੰ ਦਿਖਾ ਕੇ ਉਹਦੀ ਤਾਰੀਫ ਸੁਣਦਾ ਹੈ, ਜਾਂ ਦੂਸਰੇ ਦਾ ਰੂਪ ਵੇਖ ਕੇ ਉਹਦੀ ਤਾਰੀਫ ਕਰਦਾ ਹੈ? ਇਸੇ ਤਰ੍ਹਾਂ ਨਾ ਮਰ ਕਹਿੰਦੇ ਨਹੀਂ, ਦਿਸ਼ਾ ਚੇਂਜ ਕਰ। ਤੂੰ ਹੀ ਰੂਪ। ਅਤ ਸੁੰਦਰ ਮਨ ਮੋਹਨਾ, ਘਟ ਸੋਹਨਾ, ਪ੍ਰਾਨ ਆਧਾਰਾ ਰਾਮ। ਉਹਦੇ ਨਾਲੋਂ ਸੁੰਦਰ ਕੋਈ ਹੋ ਸਕਦਾ? ਸਾਰੇ ਸੰਸਾਰ ਦੀ ਸੁੰਦਰਤਾ ਜਿਹਦੇ ਤੋਂ ਆਈ ਹੋਵੇ। ਭਾਈ ਮਤੀ ਦਾਸ ਜੀ ਨੇ ਕਿਹਾ ਸੀ ਨਾ, ਮਹਾਰਾਜ ਔਰੰਗਜ਼ੇਬ ਦੀ ਇੱਟ ਨਾਲ ਇੱਟ ਖੜਕਾ ਦਿਆਂ। ਗੁਰੂ ਤੇਗ ਬਹਾਦਰ ਪਾਤਸ਼ਾਹ ਪ੍ਰਸੰਨ, ਵਾਹ ਮਤੀ ਦਾਸ, ਇਹ ਤਾਕਤ ਕਿੱਥੋਂ ਆਈ ਹੈ? ਇੰਨਾ ਬਲ ਕਿੱਥੋਂ ਆਇਆ? ਇੰਨੀ ਤਾਕਤ ਕਿੱਥੋਂ? ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇ, ਔਰੰਗਜ਼ੇਬ ਦਾ ਮਲੀਆ ਮੇਟ ਕਰਦਾ, ਰਾਜ ਤਬਾਹ ਕਰਦਾ, ਇਹ ਤਾਕਤ ਕਿੱਥੋਂ ਆਈ ਹੈ? ਮਹਾਰਾਜ ਤੁਹਾਡੇ ਤੋਂ। ਤੇ ਪਾਤਸ਼ਾਹ ਕਹਿੰਦੇ ਵੀ ਜੇ ਸਾਡੇ ਕੋਲ ਇੰਨੀ ਕੁ ਤਾਕਤ ਲੈ ਕੇ ਇੰਨੀ ਸਮਰੱਥਾ ਰੱਖਦਾ ਤੇ ਇੱਧਰ ਕੀ ਹੋਏਗਾ? ਸਾਡੇ ਕੋਲ ਕਿੰਨੀ ਕੁ ਤਾਕਤ ਹੋਏਗੀ?
ਸਮੁੰਦਰ 'ਚੋਂ ਇੱਕ ਬੂੰਦ ਲੈ ਕੇ ਇੱਥੋਂ ਤੱਕ ਵੀ ਰਾਜ ਭਾਗ ਖਤਮ ਕਰਨ ਦੀਆਂ ਗੱਲਾਂ, ਤੇ ਸਮੁੰਦਰ 'ਚ ਕਿੰਨਾ ਕੁਝ ਹੈ। ਕੁੱਲ ਸੰਸਾਰ ਦੀ ਸੁੰਦਰਤਾ ਜਿਸ ਵਾਹਿਗੁਰੂ ਜੀ ਤੋਂ ਆਈ ਹੈ ਉਹ ਕਿੰਨਾ ਕੁ ਸੁੰਦਰ ਹੈ। ਤੇ ਨਾਲੇ ਬਚਨ ਪੜ੍ਹਦੇ ਆ, ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ। ਰਸ ਵੀ ਉਹਦੇ 'ਚ ਹੈ ਔਰ ਸੋਹਣਾ ਇੰਨਾ ਸੋਹਣਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਇੰਨਾ ਸੋਹਣਾ ਹੈ। ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ ਅਸੀਂ ਧਾ ਗਲਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ ਮੇਰੀ ਕੰਬਦੀ ਰਹੀ ਕਲਾਈ। ਬੜਾ ਪਿਆਰਾ ਤੇ ਬੜਾ ਮਸ਼ਹੂਰ ਉਹਨਾਂ ਦਾ ਇਹ ਬਚਨ ਹੋਇਆ, ਕੰਬਦੀ ਕਲਾਈ। ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ ਅਸੀਂ ਧਾ ਗਲਵਕੜੀ ਪਾਈ, ਨਿਰਾ ਨੂਰ ਕੀ ਸੀ? ਉਹ ਸਿਰਫ ਸੁੰਦਰਤਾ ਸੀ, ਸੁੰਦਰਤਾ, ਸਿਰਫ ਸੁੰਦਰਤਾ, ਪ੍ਰਕਾਸ਼ ਹੀ ਪ੍ਰਕਾਸ਼, ਚਾਨਣਾ ਹੀ ਚਾਨਣਾ। ਤੇ ਜਦੋਂ ਮੈਂ ਗਲਵਕੜੀ ਪਾਈ ਨਾ, ਤੇ ਕੋਈ ਸਰੀਰ ਹੁੰਦਾ, ਕੋਈ ਕਾਇਆ ਹੁੰਦੀ ਤੇ ਮੇਰੇ ਹੱਥ 'ਚ ਆਉਂਦੀ, ਮੇਰਾ ਨੂਰ ਤੁਸੀਂ ਹੱਥ ਨਾ ਆਏ, ਉਹਦੇ ਪ੍ਰਕਾਸ਼ ਸੀ, ਸੁੰਦਰਤਾ ਸੀ, ਮੇਰੀ ਕੰਬਦੀ ਰਹੀ ਕਲਾਈ। ਇੰਨਾ ਸੋਹਣਾ। ਪਰ ਜਿਹਨੇ ਇੱਕ ਵਾਰੀ ਉਹਨੂੰ ਵੇਖ ਲਿਆ ਨਾ, ਫਿਰ ਉਹਨੂੰ ਦੁਨੀਆ ਦੀ ਹੋਰ ਸੁੰਦਰਤਾ ਵੇਖਣ ਦੀ ਚਾਹਨਾ ਨਾ ਰਹੀ। ਇੰਨਾ ਸੋਹਣਾ। ਤੂੰ ਹੀ ਰੂਪ ਮਹਾਰਾਜ, ਤੂੰ ਹੀ ਸੋਹਣਾ ਸੁੰਦਰ ਹੈ, ਤੂੰ ਹੀ ਰੰਗ। ਸਾਨੂੰ ਨਾ ਭਾਵੇਂ ਅਸੀਂ ਬੱਚੇ ਹੋਈਏ, ਜਵਾਨ ਹੋਈਏ, ਬੁੱਢੇ ਹੋਈਏ, ਇੰਟਰਟੇਨਮੈਂਟ ਵਾਸਤੇ ਕੁਝ ਨਾ ਕੁਝ ਕਰਨਾ ਪੈਂਦਾ ਹੈ। ਆਪਾਂ ਕਰਦੇ ਹਾਂ ਨਾ ਸਾਰੇ। ਤੁਸੀਂ TV ਵੇਖੋਗੇ, ਜੋਕ ਸੁਣੋਗੇ, ਫਿਲਮਾਂ ਵੇਖੋਗੇ, ਦੋਸਤਾਂ ਨਾਲ ਬੈਠੋਗੇ, ਜੋਕ ਸੁਣੋਗੇ, ਗੱਪਾਂ ਮਾਰੋਗੇ, ਕਰੋਗੇ, ਹਾਸਾ ਖੇਡਾ ਕਰੋ। ਕਾਹਦੇ ਲਈ? ਮਨੋਰੰਜਨ ਬੜਾ ਜ਼ਰੂਰੀ ਹੈ। ਕਹਿੰਦੇ ਨਾ ਬੜਾ ਜ਼ਰੂਰੀ ਹੈ, ਸਰੀਰ ਲਈ, ਸਿਹਤ ਲਈ, ਮਨ ਲਈ ਬੜਾ ਜ਼ਰੂਰੀ ਹੈ ਨਾ। ਤੇ ਬਾਦਸ਼ਾਹ ਕੀ ਕਹਿੰਦੇ ਨੇ? ਤੈਨੂੰ ਇੰਟਰਟੇਨ ਬਾਹਰੋਂ ਕਿਤੇ ਲੱਭਣ ਦੀ ਲੋੜ ਨਹੀਂ, ਤੂੰ ਹੀ ਰੰਗ। ਦੁਨੀਆ ਦੇ ਰੰਗ ਤਮਾਸ਼ੇ ਕੀ ਨੇ ਰੱਬ ਦੇ ਨਾਮ ਅੱਗੇ? ਰੱਬ ਦਾ ਨਾਮ ਹੀ ਦੁਨੀਆ ਦੇ ਰੰਗ ਤਮਾਸ਼ਿਆਂ ਤੋਂ ਵੱਧ ਮਨ ਨੂੰ ਸਕੂਨ ਤੇ ਆਨੰਦ ਦੇਣ ਵਾਲਾ। ਤੈਨੂੰ ਰੰਗ ਤਮਾਸ਼ੇ ਚਾਹੀਦੇ ਨੇ ਨਾ, ਤੈਨੂੰ ਰੂਪ ਹੀ ਚਾਹੀਦਾ ਹੈ ਨਾ, ਤੈਨੂੰ ਸ਼ੋਭਾ ਹੀ ਚਾਹੀਦੀ ਹੈ ਨਾ, ਤੈਨੂੰ ਦੌਲਤ ਹੀ ਚਾਹੀਦੀ ਹੈ ਨਾ। ਤੇ ਮਾਰੇ ਕਹਿੰਦੇ ਮੈਂ ਦੇ ਰਿਹਾ, ਲੈ। ਮਾਰੇ ਕਹਿੰਦੇ ਦੇ ਰਿਹਾ, ਲੈ। ਆਸ ਓਟ ਪ੍ਰਭ ਤੋਰੀ। ਇੱਥੇ ਵੀ ਸਾਡੇ ਮਨਾਂ ਦੀ ਬੇਈਮਾਨੀ ਜੇ ਇੱਕ। ਇਹ ਜਿੱਦਣ ਸਮਝ ਆ ਜਾਏਗੀ ਨਾ, ਜਿੱਦਣ ਜਬ ਜਾਗੇ ਤਵੇ ਸਵੇਰਾ, ਉਦਣ ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਲਾ ਵਰਤਣੀ ਸ਼ੁਰੂ ਹੋ ਜਾਏਗੀ। ਬੇਈਮਾਨੀ ਇਹਦੇ 'ਚ ਪਤਾ ਕੀ ਹੈ? ਕਿਸੇ ਦੂਜੇ ਨਾਲ ਨਹੀਂ ਹੈ, ਉਹ ਆਪਣੇ ਨਾਲ ਹੈ। ਆਪਣੇ ਨਾਲ ਇਹ ਹੈ ਵੀ ਜਦੋਂ ਤੇ ਸਾਡਾ ਥੋੜ੍ਹਾ ਜਿਹਾ ਸਾਹ ਸੌਖਾ ਹੁੰਦਾ ਨਾ, ਤੇ ਸਾਨੂੰ ਸਭ ਭੁੱਲ ਜਾਂਦਾ। ਗੁਰੂ ਦਾ ਘਰ ਭੁੱਲ ਜਾਂਦਾ, ਬਾਣੀ ਭੁੱਲ ਜਾਂਦੀ, ਅੰਮ੍ਰਿਤ ਵੇਲਾ ਭੁੱਲ ਜਾਂਦਾ, ਜੋੜਾ ਘਰ ਭੁੱਲ ਜਾਂਦਾ, ਲੰਗਰ ਭੁੱਲ ਜਾਂਦਾ, ਜੂਠੇ ਭਾਂਡੇ ਭੁੱਲ, ਸਭ ਕੁਝ ਭੁੱਲ ਜਾਂਦਾ। ਉਦੋਂ ਫਿਰ ਅਸੀਂ ਦੂਜੇ ਪਾਸੇ ਤੁਰਦੇ ਹਾਂ। ਮੈਂ ਤੇ ਵੇਖ ਕੇ ਹੈਰਾਨ ਹੋਇਆ ਵੀ ਜਿਵੇਂ ਜਿਵੇਂ ਗੁਰੂ ਨੇ ਮੀਰੀ ਦਿੱਤੀ, ਤੇ ਮੀਰੀ ਦੀ ਨਿਸ਼ਾਨੀ ਕੀ ਹੈ? ਘਰਾਂ 'ਚ ਇੱਕ, ਮੈਂ ਕਿਸੇ ਨਾਂ ਨਹੀਂ ਲੈਣਾ, ਪਰਿਵਾਰ 'ਚ ਨਾ ਅਖੰਡ ਪਾਠ ਸਾਹਿਬ ਕਰਨਾ ਸੀ, ਤੇ ਉਹਨਾਂ ਦਾ ਬੜਾ ਵੱਡਾ ਹਾਲ ਤੇ ਬੜਾ ਵੱਡਾ ਘਰ, ਤੇ ਇੱਕ ਵਿੱਚ ਥਾਂ ਤੇ ਉਹਦੇ ਤੇ ਉਹਨਾਂ ਨੇ ਹਾਂਜੀ ਇਹਨੂੰ ਕੱਪੜੇ ਨਾਲ ਢੱਕ ਲਓ। ਤੇ ਮੈਂ ਕਿਹਾ ਬਾਕੀ ਇਸ ਥਾਂ ਜਗ੍ਹਾ ਨਹੀਂ ਢੱਕੀ ਤੇ ਇਹਨੂੰ ਢੱਕਣ ਦੀ ਕੀ ਲੋੜ ਹੈ? ਉਹ ਹੁਣ ਦੱਸਣ ਨਾ ਵੀ ਇਹਨੂੰ ਕਿਉਂ ਲੋੜ ਹੈ ਢੱਕਣ ਦੀ। ਮੈਂ ਕਿਹਾ ਜੀ ਦੱਸੋ ਵੀ ਇਹ ਕਿਉਂ ਹੈ? ਮਹਾਰਾਜ ਦੇ ਸਰੂਪ ਆਉਣੇ ਨੇ, ਕੀ ਹੈ? ਤੇ ਜੁੱਤੀਆਂ ਰੱਖੀਆਂ ਨੇ ਜਾਂ ਕਿਉਂ ਇੱਦਾਂ? ਉਹ ਕਹਿੰਦੇ ਜੀ ਨਹੀਂ, ਇਹ ਬਾਰ ਬਣਾਈ ਹੈ। ਜਿਸ ਸਿੱਖ ਨੇ ਆਪਣੇ ਘਰ ਨੂੰ ਗੁਰੂ ਘਰ ਬਣਾ ਦੇਣਾ ਸੀ, ਤੇਰੇ ਦੁਆਰੇ ਧੁਨ ਸਹਿਜ ਕੀ, ਜਿੱਥੋਂ ਸਹਿਜ ਦੀਆਂ ਧੁਨਾਂ ਉੱਠਣੀਆਂ ਸੀ। ਸਿੱਖ ਦਾ ਘਰ ਹੋਵੇ ਤੇ ਅੰਮ੍ਰਿਤ ਵੇਲੇ ਬਾਣੀ ਦੀ ਆਵਾਜ਼ ਆਵੇ, ਕਿਸੇ ਨੂੰ ਪਤਾ ਲੱਗੇ ਸਿੱਖ ਦਾ ਘਰ ਹੈ। ਉਸ ਸਿੱਖ ਨੂੰ ਗੁਰੂ ਨੇ ਅਮੀਰੀ ਦਿੱਤੀ। ਉਹਨੇ ਆਪਣੇ ਘਰ ਨੂੰ ਗੁਰਦੁਆਰਾ ਨਹੀਂ ਬਣਾਇਆ, ਉਹਨੇ ਆਪਣੇ ਘਰ ਨੂੰ ਸ਼ਰਾਬ ਦਾ ਠੇਕਾ ਬਣਾ ਲਿਆ ਕਿ ਜਦੋਂ ਮੇਰੇ ਕੋਲ ਗਰੀਬੀ ਸੀ ਉਦੋਂ ਠੇਕੇ ਤੇ ਜਾ ਕੇ ਲੈਣੀ ਪੈਂਦੀ ਸੀ, ਹੁਣ ਤੇ ਅਮੀਰੀ ਹੈ, ਹੁਣ ਘਰ ਹੀ ਬਾਹਰ ਬਣਾਓ। ਉਦੋਂ ਸਾਨੂੰ ਗੁਰੂ ਚੇਤੇ ਨਹੀਂ ਹੁੰਦਾ, ਭੁੱਲ ਜਾਂਦੇ ਹਾਂ। ਇਹ ਬੇਈਮਾਨੀ ਸਾਡੀ ਖੁਦ ਨਾਲ ਹੈ। ਤੇ ਜਦੋਂ ਸਾਹ ਔਖਾ ਹੁੰਦਾ ਨਾ ਥੋੜ੍ਹਾ ਜਿਹਾ, ਸਾਰੇ ਦਰਵਾਜ਼ੇ ਬੰਦ ਹੋਣੇ ਸ਼ੁਰੂ ਹੁੰਦੇ ਨੇ, ਫਿਰ ਸਾਨੂੰ ਗੁਰੂ ਚੇਤੇ ਆਉਂਦਾ। ਫਿਰ ਸਾਨੂੰ ਯਕੀਨ ਹੁੰਦਾ, ਨਹੀਂ ਤੇਗ ਬਹਾਦਰ ਸਿਮਰਿਆ, ਘਰ ਨੌ ਨੇ ਦਾਵੇ ਧਾਏ, ਸਭ ਥਾਈ ਹੋਏ ਸਹਾਏ। ਉਦੋਂ ਬੜੇ ਭਰੋਸੇ ਨਾਲ ਪੜ੍ਹਦੇ ਹਾਂ, ਬੜੇ ਯਕੀਨ ਨਾਲ ਪੜ੍ਹਦੇ ਹਾਂ, ਉਦੋਂ ਤਰਲੇ ਲੈਂਦੇ ਹਾਂ, ਰੋਂਦੇ ਹਾਂ। ਪਰ ਜਦੋਂ ਸਾਹ ਸੌਖਾ ਹੁੰਦਾ ਸਭ ਕੁਝ ਭੁੱਲ ਜਾਂਦੇ ਹਾਂ। ਦੁੱਖ ਲੱਗਾ ਤਾਂ ਰਾਮ ਪੁਕਾਰਾ ਹੈ,
ਚਾਰ ਪੈਸੇ ਜੇਬ 'ਚ ਹੋਣ ਤੇ ਆਪਾਂ ਨੂੰ ਪਤਾ ਹੁੰਦਾ ਜਿਹਨੂੰ ਮਰਜ਼ੀ ਖਰੀਦ ਲਓ, ਪੁਲਿਸ ਖਰੀਦ ਲਓ, ਕਾਨੂੰਨ ਖਰੀਦ ਲਓ। ਮੈਂ ਕਿ ਵਿਦਵਾਨ ਨੂੰ ਪੜ੍ਹਿਓ, ਕਹਿੰਦੇ ਸਾਡੇ ਦੇਸ਼ ਦੀ ਜਿਹੜੀ ਕਾਨੂੰਨ ਦੀ ਕਿਤਾਬ ਹੈ ਨਾ, ਅਸੀਂ ਕਹਿੰਦੇ ਠੀਕ ਹੈ ਡਾਕਟਰ ਸਾਹਿਬ ਨੇ ਕਾਨੂੰਨ ਲਿਖਿਆ, ਠੀਕ ਹੈ ਲਿਖਿਆ, ਪਰ ਹੁਣ ਜਿਹੜੀ ਕਿਤਾਬ ਹੈ ਨਾ ਇਸ ਵੇਲੇ ਇਹਦੇ 'ਚ ਕੱਖ ਨਹੀਂ ਲਿਖਿਆ, ਬਲੈਂਕ ਹੈ, ਬਿਲਕੁਲ ਸਾਫ਼। ਜਿਹੜਾ ਮਰਜ਼ੀ ਪੱਤਰਾ ਖੋਲੋ, ਚਿੱਟਾ, ਕੱਖ ਨਹੀਂ ਲਿਖਿਆ। ਕਿਉਂ ਨਹੀਂ ਲਿਖਿਆ? ਇੰਨੇ ਲੋਕ ਪੜ੍ਹਦੇ ਨੇ, ਵਕਾਲਤ ਕਰਦੇ ਨੇ, ਜੱਜ ਬਣਦੇ ਨੇ, ਕਿਉਂ ਨਹੀਂ ਲਿਖਿਆ? ਸਾਫ਼ ਕਿਵੇਂ ਹੋ ਗਈ? ਉਹ ਇਸ ਲਈ ਸਾਫ਼ ਹੈ ਕਿ ਤੁਸੀਂ ਉਹਦੇ 'ਤੇ ਜੋ ਚਾਹੋ ਲਿਖਾ ਲਓ, ਤੁਸੀਂ ਛੱਡੋ ਕੀ ਲਿਖਿਆ। ਉਹ ਬਿਲਕੁਲ ਸਾਫ਼ ਹੈ। ਉਹਦਾ ਰੇਟ ਵੱਖ-ਵੱਖ ਹੈ ਹਰ ਇੱਕ ਪੰਨੇ ਦਾ। ਸਾਈਕਲ ਚੋਰੀ ਕੀਤੀ ਹੈ, ਪੰਨਾ ਹੋਰ ਹੈ, ਕਾਰ ਚੋਰੀ ਕੀਤੀ, ਪੰਨਾ ਹੋਰ ਹੈ। ਤੇ ਜੋ ਪੈਸੇ ਦਿਓ, ਜੋ ਮਰਜ਼ੀ ਲਿਖਾ ਲਓ। ਔਰ ਜੇਬ 'ਚ ਪੈਸੇ ਹੋਣ ਤੇ ਗੁਰੂ ਨੂੰ ਕੀ ਕਰਨਾ? ਹੁਣ ਮੈਂ ਜੱਜ ਖਰੀਦ ਲਾਂ, ਮੈਂ ਲੋਕਾਂ ਨੂੰ ਖਰੀਦ ਲਾਂ, ਜਿਹਨੂੰ ਮਰਜ਼ੀ ਖਰੀਦ ਲਾਂ। ਉਦੋਂ ਹੈ ਗੁਰੂ ਤੇ ਭਰੋਸਾ, ਗੁਰੂ ਤੇ ਆਸ ਨਹੀਂ। ਤੇ ਜਦੋਂ ਸਾਰੇ ਦਰਵਾਜ਼ੇ ਬੰਦ ਹੁੰਦੇ ਨੇ ਨਾ, ਫਿਰ ਅਸੀਂ ਆਉਂਦੇ। ਇਹ ਵੀ ਬੇਈਮਾਨੀ ਹੈ ਖੁਦ ਨਾਲ। ਸਾਹਿਬ ਨੇ ਕਿਹਾ ਨਹੀਂ, ਆਸ ਓਟ ਪ੍ਰਭ ਤੂਰੀ। ਆਸ ਵੀ ਉਹਦੀ ਤੇ ਸਹਾਰਾ ਵੀ ਉਹਦਾ। ਤੇਰੇ ਤੋਂ ਬਿਨਾਂ ਕੋਈ ਸਹਾਰਾ ਨਹੀਂ ਤੇ ਤੇਰੇ ਤੋਂ ਬਿਨਾਂ ਕੋਈ ਆਸ ਨਹੀਂ, ਕੋਈ ਆਸ ਨਹੀਂ। ਕਿਉਂਕਿ ਜੇ ਮੈਂ ਆਖਾਂ ਨਾ ਤੇਰੇ ਤੋਂ ਬਿਨਾਂ ਮੇਰੀ ਕਿਤੇ ਹੋਰ ਆਸ ਹੈ, ਤੇ ਮੇਰੀ ਆਸ ਵੀ ਉਹਨੇ ਪੂਰੀ ਕਰਨੀ ਹੈ ਜਿਹੜਾ ਇੱਕ ਵਾਰੀ ਮੇਰੀ ਆਸ ਪੂਰੀ ਕਰਕੇ ਮੇਰੇ ਕੋਲੋਂ ਡਬਲ ਦੀ ਆਸ ਰੱਖਦਾ। ਤੁਸੀਂ ਵਿਆਹਾਂ ਸ਼ਾਦੀਆਂ 'ਚ ਜਾਂਦੇ ਹੋ, ਕਾਰਡ ਦਿੰਦੇ ਹੋ ਨਾ, ਕੀ ਹੁੰਦਾ ਨਿਉਂਦਰਾ? ਤੁਸੀਂ 1100 ਦੇ ਕੇ ਆਏ ਹੋ ਨਾ, 2100 ਵਾਪਸ ਆਉਣਾ ਹੈ। 2100 ਪਾਇਆ ਨਾ, 3100 ਦੀ ਆਸ ਹੈ। ਇਸੇ ਤਰ੍ਹਾਂ ਨਾ ਇਹ ਦੁਨਿਆਵੀ ਆਸ ਇਸੇ ਤਰ੍ਹਾਂ ਦੀ ਹੈ, ਦੁਨਿਆਵੀ ਓਟ ਇਸੇ ਤਰ੍ਹਾਂ ਦੀ ਹੈ। ਸਤਿਗੁਰੂ ਦੀ ਆਸ ਤੇ ਸਤਿਗੁਰੂ ਦੀ ਓਟ। ਤੇਰੇ ਤੋਂ ਬਿਨਾਂ ਕਿਸੇ ਦੀ ਆਸ ਨਹੀਂ, ਤੇਰੇ ਤੋਂ ਬਿਨਾਂ ਕਿਸੇ ਦੀ ਓਟ ਨਹੀਂ। ਭਾਵੇਂ ਹੋਵੇ ਗਰੀਬੀ, ਭਾਵੇਂ ਹੋਵੇ ਅਮੀਰੀ, ਭਾਵੇਂ ਚਾਰ ਪੈਸੇ ਹੋਣ, ਚਾਹੇ ਪੈਸੇ ਨਾ ਹੋਣ, ਚਾਹੇ ਰੋਟੀ ਸੌਖੀ ਮਿਲੇ, ਚਾਹੇ ਔਖੀ ਮਿਲੇ, ਸਤਿਗੁਰੂ ਤੇਰੇ ਤੋਂ ਬਿਨਾਂ ਕਿਸੇ ਦੀ ਆਸ ਨਹੀਂ, ਤੇਰੇ ਤੋਂ ਬਿਨਾਂ ਕਿਸੇ ਦੀ ਓਟ ਨਹੀਂ। ਮਹਾਰਾਜ ਮੇਰੀ ਝੋਲੀ 'ਚ ਆ ਖੈਰ ਪਾ, ਤੂੰ ਹੀ ਮਾਨ। ਗਰੀਬ ਨਵਾਜ ਪਾਤਸ਼ਾਹ ਮਹਾਰਾਜ, ਮੇਰਾ ਮਾਣ ਆਦਰ ਵੀ ਤੂੰ ਹੈ, ਤੂੰ ਹੀ ਧਨ। ਮੈਂ ਨਾ ਵੀ ਪੈਸੇ ਨੂੰ ਇਕੱਠਾ ਕਰਾਂ, ਪੈਸਾ ਉਹਨੂੰ ਧਨ ਸਮਝਦਾ, ਨਹੀਂ ਨਹੀਂ। ਰੱਬ ਦਾ ਨਾਮ ਹੀ ਅਸਲੀ ਧਨ ਹੈ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਪੈਸਾ ਹਰ ਇੱਕ ਥਾਂ 'ਤੇ ਮਦਦਗਾਰ ਨਹੀਂ, ਵਾਹਿਗੁਰੂ ਜੀ ਦਾ ਨਾਮ ਹਰ ਇੱਕ ਥਾਂ 'ਤੇ ਮਦਦਗਾਰ ਹੈ। ਹੁਣ ਪਿੱਛੇ ਵੇਖਿਆ ਨਾ ਆਪਾਂ, ਡਾਕਟਰਾਂ ਨੇ ਹੱਥ ਖੜੇ ਕਰਦੇ, ਸਾਡੇ ਪੱਲੇ ਕੁਝ ਨਹੀਂ, ਪਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਨਹੀਂ ਨਾ ਕਿਹਾ ਮੇਰੇ ਪੱਲੇ ਕੁਝ ਨਹੀਂ। ਡਾਕਟਰਾਂ ਨੇ ਕਿਹਾ ਅਸੀਂ ਨਹੀਂ ਬਚਾ ਸਕਦੇ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਗੱਲ ਹੀ ਕੋਈ ਨਹੀਂ। ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਉਹ ਆਂਦੇ ਨੇ 2 ਟੀਕੇ ਲਵਾਓ ਵੈਕਸੀਨ ਦੇ, ਫਿਰ ਹੋ ਸਕਦਾ ਤੁਹਾਨੂੰ ਨਾ ਹੋਵੇ ਤੇ ਹੋ ਸਕਦਾ ਹੋ ਵੀ ਜਾਏ। ਮੇਰੇ ਸਤਿਗੁਰੂ ਕਹਿੰਦੇ ਤੂੰ ਗੁਰੂ ਗੁਰੂ ਕਰ ਆ ਇੱਥੇ, ਤੇਰੇ ਚੌਗਿਰਦੇ ਰਾਮ ਕਰ ਐਸੀ ਰੱਬ ਦੇ ਨਾਂ ਦੀ ਲਕੀਰ ਖਿੱਚ ਦਿਆਂਗਾ, ਦੁੱਖ ਦੀ ਤਾਕਤ ਨਹੀਂ ਕਿ ਉਹਦੇ ਵਿੱਚ ਆ ਜਾਏ। ਮੇਰੇ ਸਾਹਿਬ ਜੀ, ਤੂੰ ਹੀ ਮਾਨ, ਤੂੰ ਹੀ ਧਨ, ਧਨ ਵੀ ਤੂੰ, ਤੂੰ ਹੀ ਪਤ। ਮੈਂ ਦੁਨੀਆ ਦੇ ਵਿੱਚ ਝੂਠੀ ਸ਼ੋਭਾ, 4 ਦਿਨਾਂ ਦੀ ਝੂਠੀ ਸ਼ੋਭਾ ਲਈ ਕਿੰਨੇ ਪਾਪ ਕਰ ਬੈਠਦਾ, ਕਿੰਨਾ ਝੂਠ ਬੋਲਦਾ, ਕਿੰਨਾ ਕੁਝ ਕਰਦਾ। ਅਸੀਂ ਕਰਦੇ ਹਾਂ ਨਾ, ਪੱਲੇ ਉਹਨਾਂ ਕੁਝ ਹੁੰਦਾ ਨਹੀਂ। ਵਿਆਹ ਇਹੋ ਜਿਹਾ ਕਰਨਾ ਲੋਕੀ ਤਾਰੀਫ ਕਰਨ, ਮੇਰਾ ਨੱਕ ਰਹਿ ਜਾਏ। ਨੱਕ ਰੱਖਦੇ ਰੱਖਦੇ ਬਰਬਾਦ ਹੋ ਜਾਂਦੇ ਆ। ਦੁਕਾਨ ਗਹਿਣੇ ਪੈ ਗਈ, ਕਰਜ਼ਾ ਲੈ ਲਿਆ, ਕਾਹਦੇ ਲਈ? ਨੱਕ ਰੱਖਦੇ। ਕਿਉਂ? ਲੋਕੀ ਸ਼ੋਭਾ ਕਰਨ। ਨਹੀਂ ਨਹੀਂ, ਮੈਨੂੰ ਲੋਕਾਂ ਦੀ ਸ਼ੋਭਾ ਚਾਹੀਦੀ ਨਹੀਂ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹੋ ਤਨ ਦੀ ਉਹ ਹੈ ਢਾਰ, ਮੈਨੂੰ ਕੀ ਫਰਕ ਪੈਂਦਾ? ਕੋਈ ਬੁਰਾ ਆਖੇ, ਕੋਈ ਭਲਾ ਆਖੇ, ਜੋ ਤੂੰ ਕਹਿਣਾ ਤੇਰੀ ਮਰਜ਼ੀ। ਕਹੋ ਕਿਉਂ? ਮਹਾਰਾਜ ਮੇਰੀ ਪੱਤ ਵੀ ਤੂੰ, ਤੂੰ ਹੀ ਪ੍ਰਾਣ। ਮੈਂ ਇਹਦੇ ਤੋਂ ਬਿਨਾਂ ਜੀ ਨਹੀਂ ਸਕਦਾ, ਇਹਦੇ ਤੋਂ ਬਿਨਾਂ ਮੈਂ ਮਰ ਜਾਵਾਂਗਾ। ਕਰਦੇ ਨਾ ਆਪਾਂ ਰਿਸ਼ਤਿਆਂ ਦੇ ਵਿੱਚ, ਮਰ ਜਾਵਾਂਗਾ ਇਹਦੇ ਤੋਂ ਬਿਨਾਂ। ਮਰ ਕਹਿੰਦੇ ਨਹੀਂ, ਤੂੰ ਹੀ ਪ੍ਰਾਣ। ਮੇਰੇ ਸਾਹਿਬ ਜੀ, ਤੇਰਾ ਨਾਮ ਹੀ ਮੇਰਾ ਪ੍ਰਾਣ ਹੈ, ਮੇਰੀ ਜ਼ਿੰਦਗੀ ਦਾ ਆਧਾਰ ਹੈ। ਆਖਾਂ ਜੀਵਾਂ ਵਿਸਰੇ ਮਰ ਜਾਉ, ਤੂੰ ਹੀ ਪ੍ਰਾਣ। ਗੁਰ ਟੂਟੀ ਲੈ ਜੂਰੀ।
ਗੁਰੂ ਨੇ ਕੀ ਕੀਤਾ? ਮੇਰੀ ਸੁਰਤ ਜਿਹੜੀ ਰੱਬ ਨਾਲੋਂ ਟੁੱਟੀ ਸੀ, ਗੁਰੂ ਨੇ ਲੈ ਕੇ ਉਹ ਰੱਬ ਨਾਲ ਜੋੜਤੀ। ਕਿਹੜੀ ਸੁਰਤ ਕਿੱਥੇ ਜੁੜੀ ਸੀ? ਜਦੋਂ ਆਪਾਂ ਮਾਤਾ ਦੇ ਗਰਭ ਵਿੱਚ ਸਾਂ, ਉੱਥੇ ਜੁੜੀ ਸੀ। ਵਿੱਚੋਂ ਗਰਭੇ ਨਿਕਲ ਆਇਆ, ਖਸਮੇ ਵਿਸਾਰ ਦੁਨੀ ਚਿਤ ਲਾਇਆ, ਗੁਰੂ ਨੇ ਉਹ ਸੁਰਤ ਜੋੜ ਦਿੱਤੀ। ਅਰਦਾਸ 'ਚ ਪੜ੍ਹਦੇ ਆ ਨਾ, ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਕਾ ਰਾਖਾ ਵਾਹਿਗੁਰੂ। ਵਾਹਿਗੁਰੂ ਨੇ ਫਿਰ ਕਿਰਪਾ ਕੀਤੀ। ਇਹ ਮੱਤ ਦਾ ਰਾਖਾ ਵਾਹਿਗੁਰੂ ਕਿਹਨੇ ਬਣਾਇਆ? ਗੁਰੂ ਨੇ। ਮੇਰੀ ਵਾਹਿਗੁਰੂ ਨਾਲ ਟੁੱਟੀ ਸੀ ਨਾ, ਉਹ ਗੁਰੂ ਨੇ ਜੋੜ ਦਿੱਤੀ। ਗੁਰੂ ਦਾ ਕੰਮ ਹੈ ਟੁੱਟੀ ਗੰਢਣ। ਟੂਟੀ ਗਾਂਢਣ ਹਾਰ ਗੋਪਾਲ। ਅਸੀਂ ਇਹਨੂੰ ਜੋੜ ਲਿਆ ਬੇਦਾਵੇ ਦੇ ਨਾਲ ਵੀ ਮਹਾਰਾਜ ਨੇ ਠੀਕ ਉਹ ਵੀ ਹੋਇਆ, ਪਰ ਅਸਲੀ ਟੁੱਟੀ ਗੰਢਣੀ ਕੀ ਹੈ? ਰੱਬ ਨਾਲੋਂ ਸਾਡੀ ਟੁੱਟੀ ਹੈ, ਗੁਰੂ ਗੰਢਦਾ। ਟੂਟੀ ਗਾਂਢਣ ਹਾਰ ਗੋਪਾਲ। ਮੇਰਾ ਸਤਿਗੁਰੂ ਟੂਟੀ ਲੈ ਜੋਰੀ, ਗੁਰੂ ਨੇ ਮੇਰੀ ਟੂਟੀ ਜੋੜ ਦਿੱਤੀ। ਤੂੰ ਹੀ ਗ੍ਰਹਿ। ਮੈਂ ਘਰ ਤੋਂ ਹੀ ਬੜਾ ਦੁਖੀ ਹਾਂ। ਕਈ ਬੰਦੇ ਸਾਰੀ ਸਾਰੀ ਉਮਰ ਘਰ ਤੋਂ ਦੁਖੀ ਰਹਿੰਦੇ, ਮੇਰਾ ਘਰ ਛੋਟਾ, ਮੇਰਾ ਘਰ ਛੋਟਾ, ਮੇਰਾ ਘਰ ਕਿਰਾਏ ਦਾ, ਆਪਣਾ ਕਦੋਂ ਹੋਏਗਾ? ਕਦੋਂ ਹੋਏਗਾ? ਘਰ ਤੋਂ ਹੀ ਲੋਕ ਕਹਿੰਦੇ ਕਿ ਸਾਰੀ ਉਮਰ ਘਰ ਲਈ ਹੈ ਵੀ ਆਪਣਾ ਹੋ ਜਾਏ, ਨਾ ਹੋ ਜਾਏ ਕਿਰਾਏ ਤੇ, ਕਿ ਠੀਕ ਹੈ ਹੋਣਾ ਚਾਹੀਦਾ, ਉਹ ਪੱਕ ਦੂਜਾ। ਪਰ ਜ਼ਿੰਦਗੀ ਦਾ ਮਕਸਦ ਘਰ ਤੇ ਨਹੀਂ ਨਾ, ਜ਼ਿੰਦਗੀ ਦਾ ਮਕਸਦ ਤੇ ਹੋਰ ਹੈ। ਤੇ ਜੇ ਮੈਂ ਆਖਾਂ ਵੀ ਘਰ 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 ਘਰ, ਤੂੰ ਹੀ ਘਰ, ਤੂੰ ਹੀ ਗ੍ਰਹਿ। ਸਤਿਗੁਰੂ ਤੇਰਾ ਨਾਮ ਹੀ ਤੇ ਮੇਰਾ ਘਰ ਹੈ, ਤੂੰ ਹੀ ਬਣ। ਕਿਸੇ ਨੇ ਆਖਿਆ ਨਹੀਂ ਨਹੀਂ, ਜੇ ਰੱਬ ਦੀ ਖੁਸ਼ੀ ਲੈਣੀ, ਜੇ ਇੱਥੇ ਨਹੀਂ ਮਿਲਣੀ, ਜੰਗਲ 'ਚ ਜਾਓ। ਤੇ ਮੈਂ ਕਿਉਂ ਜਾਵਾਂ? ਤੂੰ ਹੀ ਬਣ। ਮੇਰੇ ਲਈ ਤੇ ਤੇਰਾ ਨਾਮ ਜਪਣਾ ਉਹੀ ਜੰਗਲ, ਉਹੀ ਬਣ। ਮੈਂ ਤੇਰੇ ਨਾਲ ਜੁੜਿਆ ਤੇ ਉਹੀ ਬਣ। ਤੂੰ ਹੀ ਗਾਉਂ, ਮੇਰੇ ਲਈ ਗਾਉਂ ਪਿੰਡ ਵੀ ਤੂੰ। ਤੂੰ ਹੀ ਸੁਣ, ਤੇ ਜਿੱਥੇ ਸੁਣ ਹੈ, ਜਿੱਥੇ ਕੁਝ ਵੀ ਨਹੀਂ, ਤੂੰ ਹੈ ਨਾ। ਸੁਣ 'ਚ ਤੂੰ ਹੈ ਨਾ, ਤੇ ਜਿੱਥੇ ਤੂੰ ਹੈ ਉੱਥੇ ਸੁਣ 'ਚ ਵੀ ਸਾਰਾ ਕੁਝ ਹੈ। ਛੋਟਾ ਬੱਚਾ ਜਿਹੜਾ ਮਾਂ ਦੀ ਗੋਦ ਵਿੱਚ ਹੁੰਦਾ ਨਾ, ਉਹਨੂੰ ਪੁੱਛੋ ਵੀ ਪੁੱਤ ਕੀ ਚੰਗਾ ਲੱਗਦਾ? ਬੰਬੇ ਚੰਗਾ ਲੱਗਦਾ, ਕਲਕੱਤੇ ਚੰਗਾ ਲੱਗਦਾ, ਸਵਿਟਜ਼ਰਲੈਂਡ ਘੁੰਮਣ ਜਾਣਾ? ਉਹ ਆਖੇਗਾ ਮੈਨੂੰ ਕੋਈ ਮਤਲਬ ਨਹੀਂ, ਮੈਨੂੰ ਮਾਂ ਦੀ ਗੋਦ ਚਾਹੀਦੀ ਹੈ। ਜਿੱਥੇ ਮੇਰੀ ਮਾਂ ਹੈ, ਮੈਂ ਮਾਂ ਦੀ ਗੋਦ 'ਚ, ਮੈਨੂੰ ਉੱਥੇ ਹੀ ਆਨੰਦ ਹੈ ਨਾ। ਤੁਸੀਂ ਮਾਂ ਦੀ ਗੋਦ 'ਚ ਉਹਨੂੰ ਬਾਹਰ ਕੱਢ ਕੇ ਉਹਨੂੰ ਆਖੋ ਚੱਲ ਤੈਨੂੰ ਮਨਸੂਰੀ ਘੁਮਾ ਕੇ ਲਿਆਵਾਂ, ਉਹ ਪਿਟੇਗਾ, ਰੋਏਗਾ, ਲਿੱਲਾਂ ਦੇਗਾ, ਆਖੇਗਾ ਮੈਨੂੰ ਕੱਖ ਨਹੀਂ ਚਾਹੀਦਾ, ਮਾਂ ਦੀ ਗੋਦ ਚਾਹੀਦੀ ਹੈ। ਉਹਦੇ ਲਈ ਮਾਂ ਦੀ ਗੋਦ ਹੀ ਦੁਨੀਆ ਦੀ ਦੌਲਤ ਹੈ। ਮਾਂ ਦੀ ਗੋਦ ਹੀ ਦੁਨੀਆ ਦਾ ਸੈਰ ਸਪਾਟਾ ਹੈ। ਮਾਂ ਦੀ ਗੋਦ ਨਾਲੋਂ ਚੰਗੀ ਜਗ੍ਹਾ ਉਹਦੇ ਲਈ ਹੋਰ ਕੋਈ ਹੈ ਹੀ ਨਹੀਂ। ਤੂੰ ਹੀ ਸੁਣ, ਸੁਣ ਵਿੱਚ ਵੀ ਤੂੰ ਹੈ। ਨਾਨਕ ਨੇਰ ਨੇਰੀ ਹੈ, ਨਾਨਕ ਨੇਰ ਨੇਰੀ। ਮਹਾਰਾਜ ਕਹਿੰਦੇ ਦਿਲ ਦੀ ਪੱਟੀ ਤੇ ਲਿਖੀ ਆ। ਤੂੰ ਆਖਦਾ ਨਾ ਦੂਰ ਹੈ, ਉੱਥੇ ਉੱਥੇ ਦੂਰ ਨਹੀਂ ਹੈ। ਨੇਰ ਨੇਰੀ, ਕਿੰਨਾ ਨੇਰੇ ਹੈ? ਕਹਿ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਈ ਸੋ ਹੋਈ। ਪਾਤਸ਼ਾਹ ਤੇ ਗੁੱਸੇ ਵੀ ਹੋਏ, ਜਿਹਨੇ ਆਖਿਆ ਨਾ ਦੂਰ ਹੈ ਦੂਰ ਹੈ। ਮਹਾਰਾਜ ਗੁੱਸੇ ਹੋਏ, ਕਹਿੰਦੇ ਕਿਉਂ ਝੂਠ ਬੋਲਦੇ ਹੋ? ਕਿਉਂ ਆਖਦੇ ਹੋ ਦੂਰ ਹੈ? ਹੈ ਹਦੂਰ, ਕਤ ਦੂਰ ਬਤਾਵੋ, ਉਹ ਤੇ ਇੱਥੇ ਹੀ ਹੈ, ਦੂਰ ਕਿਉਂ ਦੱਸਦੇ ਹੋ? ਮਹਾਰਾਜ ਸਾਨੂੰ ਦੀਦਾ ਨਹੀਂ, ਮਿਲਦਾ ਨਹੀਂ। ਮਹਾਰਾਜ ਕਹਿੰਦੇ ਤੇਰੀ ਕਮੀ ਹੈ। ਮਹਾਰਾਜ ਮੇਰੀ ਕੀ ਕਮੀ ਹੈ? ਮੈਨੂੰ ਦੀਦਾ ਨਹੀਂ, ਮਿਲਦਾ ਨਹੀਂ। ਤੇ ਮਹਾਰਾਜ ਕਹਿੰਦੇ ਇੱਕ ਕੰਮ ਕਰ, ਹੁਣੇ ਮਿਲੇਗਾ। ਕੀ? ਦੁੰਦਰ ਬਾਂਧੋ ਨਾਲ ਹੀ। ਇਹ ਨਹੀਂ ਵੀ ਪਰਸੋਂ ਮਿਲੇਗਾ, 40 ਦਿਨ ਬਾਅਦ ਮਿਲੇਗਾ, ਨਹੀਂ ਨਹੀਂ, ਹੁਣੇ ਮਿਲੇਗਾ। ਦੁੰਦਰ ਬਾਂਧੋ ਸੁੰਦਰ ਪਾਵੋ। ਆ ਜਿਹੜਾ ਤੇਰੇ ਆ ਮਨ ਹੈ ਨਾ ਦੁੰਦ ਫਲਾਉਣ ਵਾਲਾ, ਇਹਨੂੰ ਬੰਨ ਲਾ ਸ਼ਬਦ ਨਾਲ, ਸੁੰਦਰ ਪਾਵੋ, ਤੈਨੂੰ ਨਾਲ ਹੀ ਮਿਲ ਜਾਏਗਾ। ਗੁਰੂ ਕਿਰਪਾ ਕਰੇ, ਸਤਿਗੁਰੂ ਆਪਣੇ ਸਾਰਿਆਂ ਤੇ ਤਰਸ ਕਰੇ, ਆਪਣੀ ਇਹ ਦਸ਼ਾ ਬਦਲੇ। ਇਹ ਦਸ਼ਾ ਬਦਲ ਗਈ ਨਾ ਜਿੱਦਣ, ਤੇ ਦਿਸ਼ਾ ਗੁਰੂ ਨੇ, ਜਿੱਦਣ ਦਿਸ਼ਾ ਬਦਲ ਗਈ, ਦਸ਼ਾ ਗੁਰੂ ਨੇ ਆਪ ਬਦਲ ਦੇਣੀ ਹੈ। ਤੇ ਸਾਰਿਆਂ ਦੀ ਇਹ ਦਸ਼ਾ ਬਦਲ ਜਾਏ, ਸੰਸਾਰ ਤੋਂ ਟੁੱਟ ਕੇ ਨਿਰੰਕਾਰ ਵਾਲੇ ਪਾਸੇ ਜੁੜੀਏ, ਮਨ ਮਤ ਵਾਲੇ ਪਾਸੇ ਤੋਂ, ਮਨ ਦੇ ਪਿੱਛੇ ਲੱਗਣ ਵਾਲੇ ਪਾਸੇ ਤੋਂ ਹਟ ਕੇ ਗੁਰੂ ਨਾਲ ਜੁੜੀਏ, ਮਨ ਮੁੱਖਾਂ ਵਾਲੀ ਜ਼ਿੰਦਗੀ ਛੱਡ ਕੇ ਗੁਰਮੁਖਾਂ ਵਾਲੀ ਜ਼ਿੰਦਗੀ ਜੀਣ ਦਾ ਯਤਨ ਕਰੀਏ ਤੇ ਜੀਵੀਏ। ਭੁੱਲਾਂ ਗਲਤੀਆਂ ਦੀ ਖਿਮਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰੋਮ ਰੋਮ ਕਰਕੇ ਕੋਟਾਨ ਕੋਟ ਵਾਰ ਸ਼ੁਕਰਾਨਾ। ਸਮੂਹ ਸੰਗਤ ਦਾ ਹਾਰਦਿਕ ਧੰਨਵਾਦ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।